Any place we go, there's always categories. ਅਸੀਂ ਕਿੱਥੇ ਵੀ ਜਾਂਦੇ ਹੈਗੇ ਆ ਤੇ ਉਹਦੀ ਵੱਖਰੀਆਂ ਵੱਖਰੀਆਂ ਥਾਵਾਂ ਹੁੰਦੀਆਂ। You take a flight, it's first class, then there is business class, and then there is the normal class. ਜਦੋਂ ਕੋਈ ਫਲਾਈਟ ਲੈਂਦੇ ਹੈਗੇ ਹੋ ਤੇ ਉਹਦੇ ਅੰਦਰ ਵੱਖਰੀਆਂ ਵੱਖਰੀਆਂ ਕਲਾਸਾਂ ਹੁੰਦੀਆਂ ਹੈਗੀਆਂ। Everywhere in the world the people are categorized. ਹਰ ਜਗ੍ਹਾ ਜਿਹੜਾ ਹੈਗਾ ਦੁਨੀਆ ਦੇ ਅੰਦਰ ਲੋਕਾਂ ਨੂੰ ਜਿਹੜਾ ਹੈਗਾ ਵੱਖਰੀਆਂ ਕਲਾਸਾਂ ਦੇ ਅੰਦਰ ਪਾਇਆ ਹੋਇਆ ਹੈ। Whether it is based on economy, careers, gender, race, many categories. ਭਾਵੇਂ ਆਰਥਿਕ ਮਾਲੀ ਰੂਪ ਵਿੱਚ ਹੋਏ, ਭਾਵੇਂ ਮਰਦ ਔਰਤ ਹੋਏ, ਵੱਖਰੀਆਂ ਵੱਖਰੀਆਂ ਕੈਟਾਗਰੀਆਂ ਹੈਗੀਆਂ। The Bible also categorizes people. ਇਸੇ ਤਰ੍ਹਾਂ ਜਿਹੜਾ ਹੈਗਾ ਬਾਈਬਲ ਵੀ ਜਿਹੜਾ ਹੈਗਾ ਵੱਖਰੇ ਵੱਖਰੇ ਅੰਸ਼ ਬਣਾਉਂਦੇ ਹੈਗੇ ਲੋਕਾਂ ਦੇ। According to God's word, there are only three categories of people. ਪਰਮੇਸ਼ਰ ਦੇ ਵਚਨ ਦੇ ਅਨੁਸਾਰ ਸਿਰਫ 3 ਵੱਖਰੀਆਂ ਵੱਖਰੀਆਂ ਕਲਾਸਾਂ ਹੈਗੀਆਂ। There is a natural man, there is a carnal man, and there is a spiritual man. ਇੱਕ ਪ੍ਰਾਕ੍ਰਿਤਿਕ ਇਨਸਾਨ ਹੈਗਾ, ਇੱਕ ਰੂਹਾਨੀ ਇਨਸਾਨ ਹੈਗਾ, ਔਰ ਇੱਕ ਜਿਹੜਾ ਹੈਗਾ ਜਿਹੜਾ ਲੁਭੋਵਿਤ ਕਰਦਾ ਹੈਗਾ ਵਾਸਨਾਵਾਂ ਦੇ ਉੱਤੇ, ਉਹਨੂੰ ਕਿਹਾ ਜਾਂਦਾ। Every one of us here or in the world fall into one of these categories. ਸਾਰੇ ਜਿਹਨੇ ਇੱਥੇ ਹੈਗੇ ਜਾਂ ਦੁਨੀਆ 'ਚ ਹੈਗੇ ਸਿਰਫ ਇਨ 3 ਚੀਜ਼ੋਂ ਕੈਟੇਗਰੀ ਦੇ ਅੰਦਰ ਆਉਂਦੇ ਹੈਗੇ। God desires to reveal and have fellowship with every human being. ਪਰਮੇਸ਼ਵਰ ਦੀ ਇੱਛਾ ਹੈਗੀ ਕਿ ਹਰ ਇੱਕ ਇਨਸਾਨ ਦੇ ਨਾਲ ਜਿਹੜਾ ਹੈਗਾ ਸਹਿਭਾਗਿਤਾ ਕਰਨ। He wants to have a personal relationship with every human being. ਹਰ ਇੱਕ ਇਨਸਾਨ ਦੇ ਨਾਲ ਚਾਹੁੰਦੇ ਹੈਗੇ ਕਿ ਉਹਨਾਂ ਦਾ ਵਿਅਕਤੀਗਤ ਜਿਹੜਾ ਹੈਗਾ ਨਾਤਾ ਹੋਵੇ। All of us God has created. ਹਰ ਇੱਕ ਜਨ ਨੂੰ ਜਿਹੜਾ ਹੈਗਾ ਪਰਮੇਸ਼ਵਰ ਨੇ ਰਚਿਆ। His desire is that everyone will come into the saving knowledge of Lord Jesus Christ. ਉਹਨਾਂ ਦੀ ਇੱਛਾ ਇਹ ਹੈਗੀ ਹੈ ਕਿ ਹਰ ਕੋਈ ਜਿਹੜਾ ਹੈਗਾ ਪ੍ਰਭੂ ਯਿਸੂ ਦੇ ਨਾਮ ਦੇ ਉੱਤੇ ਬਚਾਇਆ ਜਾਵੇ। Sadly, not everyone is saved. ਦੁੱਖ ਦੀ ਗੱਲ ਹੈਗੀ ਹੈ ਕਿ ਹਰ ਕੋਈ ਬਚਿਆ ਨਹੀਂ ਹੈਗਾ। Not all people mature and grow into the image of His Son Jesus Christ. ਔਰ ਹਰ ਕੋਈ ਇਨਸਾਨ ਜਿਹੜਾ ਹੈਗਾ ਪਰਮੇਸ਼ਵਰ ਪ੍ਰਭੂ ਯਿਸੂ ਦੀ ਛਵੀ ਦੇ ਅੰਦਰ ਜਿਹੜਾ ਹੈਗਾ ਮੈਚੁਰ ਨਹੀਂ ਹੁੰਦਾ। The Bible offers a plan for this growth and maturity. ਬਾਈਬਲ ਦੇ ਅੰਦਰ ਜਿਹੜਾ ਹੈਗਾ ਇਹ ਇੱਕ ਰਾਹ ਦੱਸੀ ਹੋਈ ਹੈਗੀ ਹੈ ਕਿ ਕਿਸ ਤਰ੍ਹਾਂ ਤੁਸੀਂ ਪ੍ਰਭੂ ਯਿਸੂ ਦੇ ਅੰਦਰ ਜਿਹੜਾ ਵੱਧ ਸਕਦੇ ਹੋ। That is the journey in Christian faith, to grow up to be like Lord Jesus Christ. ਇਹੀ ਜਿਹੜਾ ਹੈਗਾ ਮਸੀਹੀ ਦਾ ਮਾਰਗ ਹੈਗਾ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਦੇ ਅੰਦਰ ਵਧੇ। The title of my message today are the 3 types of people in the church today. ਮੇਰੇ ਸੰਦੇਸ਼ ਦਾ ਜਿਹੜਾ ਹੈਗਾ ਟਾਈਟਲ ਹੈਗਾ ਉਹ ਹੀ ਹੈਗਾ ਕਿ ਕਿਸ ਤਰ੍ਹਾਂ ਦੇ 3 ਤਰ੍ਹਾਂ ਦੇ ਲੋਕ ਹੈਗੇ ਨੇ ਕਲੀਸਿਆ 'ਚ। I'm going to give you the Bible view of all these 3 categories. ਇਹ 3 ਕਲਾਸਾਂ ਦੇ ਜਿਹੜੇ ਹੈਗੇ ਮੈਂ ਬਾਈਬਲ ਕਿਸ ਤਰ੍ਹਾਂ ਦੇਖਦੀ ਹੈਗੀ ਉਹ ਦੱਸਣਾ ਚਾਹੁੰਦਾ। And with each category I want to encourage you to move to the next one. ਔਰ ਹਰ ਇੱਕ ਕੈਟੇਗਰੀ ਦੇ ਨਾਲ ਮੈਂ ਤੁਹਾਨੂੰ ਜਿਹੜਾ ਹੈਗਾ ਪ੍ਰੋਤਸਾਹਿਤ ਕਰਨਾ ਚਾਹੁੰਦਾ ਕਿ ਤੁਸੀਂ ਅਗਲੀ ਥਾਂ ਤੇ ਪਹੁੰਚੋ। If you are in the natural, you should move to the carnal, and from carnal you to move to spiritual. ਜੇ ਤੁਸੀਂ ਪ੍ਰਕਿਰਤਿਕ ਹੈਗੇ ਹੋ ਤਾਂ ਤੁਸੀਂ ਕਾਰਨਲ ਪਹੁੰਚੋ, ਕਾਰਨਲ ਹੈਗੇ ਹੋ ਤਾਂ ਰੂਹਾਨੀ ਪਹੁੰਚੋ। Let's see the Bible view of who a natural person is. ਅਸੀਂ ਦੇਖਦੇ ਹਾਂ ਕਿ ਬਾਈਬਲ ਦੇ ਅੰਦਰ ਜਿਹੜਾ ਹੈਗਾ ਪ੍ਰਕਿਰਤਿਕ ਇਨਸਾਨ ਜਿਹੜਾ ਹੈਗਾ ਕੌਣ ਹੈ। Anyone born in this world starts off as a natural person. ਹਰ ਇਨਸਾਨ ਜਿਹੜਾ ਇੱਥੇ ਪੈਦਾ ਹੁੰਦਾ ਹੈਗਾ ਦੁਨੀਆ ਦੇ ਅੰਦਰ ਜਿਹੜਾ ਹੈਗਾ ਉਹ ਪ੍ਰਕਿਰਤਿਕ ਇਨਸਾਨ ਤੋਂ ਪੈਦਾ ਹੁੰਦਾ ਹੈਗਾ। The Greek word Paul uses is suchikos. ਯੂਨਾਨੀ ਭਾਸ਼ਾ ਜਿਹਦੇ ਅੰਦਰ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਸੁਚਿਕੋਸ ਕੀਤਾ। He or she has no contact with God. ਉਹਦਾ ਜਿਹੜਾ ਹੈਗਾ ਇਸ ਤਰ੍ਹਾਂ ਦੇ ਇਨਸਾਨ ਦਾ ਕੋਈ ਵੀ ਪਰਮੇਸ਼ਵਰ ਦੇ ਨਾਲ ਨਾਤਾ ਨਹੀਂ ਹੈਗਾ। Isaiah 51:12 the Bible says. ਯਸ਼ਾਇਆ 51:12 ਦੇ ਅੰਦਰ ਲਿਖਿਆ ਹੈ। I am he that comforteth you. Who art thou that thou shouldst be afraid of a man that shall die, and of a son of man which shall be made as grass? मैं ही तेरा शांति दाता हूँ। तू कौन है जो मरने वाले मनुष्य से और घास के समान मुरझाने वाले आदमी से डरता है। Man is like grass. Today he is there, tomorrow he is gone. इंसान घाह वक्कन है, आज है कल नहीं। Sin has caused man and woman to become immoral. ਪਾਪ ਨੇ ਜਿਹੜਾ ਹੈਗਾ ਆਦਮੀ ਔਰ ਔਰਤ ਨੂੰ ਜਿਹੜਾ ਹੈਗਾ ਅਨੈਤਿਕ ਬਣਾਤਾ। Being in sin, they naturally seek for comfort for life in entertainment and the worldly things. ਕਿਉਂਕਿ ਉਹ ਪਾਪੀ ਹੈਗੇ ਨੇ ਤਾਂ ਉਹ ਆਪਣੀ ਦੁਨੀਆ ਦੇ ਆਪਣੇ ਜੀਵਨ ਦੇ ਅੰਦਰ ਜਿਹੜਾ ਹੈਗਾ ਦੁਨੀਆ ਦੀ ਜਿਹੜੀ ਲੁਭੋਵਿਤ ਕਰਨ ਵਾਲੀਆਂ ਚੀਜ਼ਾਂ ਉਹਨਾਂ ਦੇ ਅੰਦਰ ਆਨੰਦ ਪ੍ਰਾਪਤ ਕਰਦੇ। Because we live in this environment, we may not know, but we have to read the scripture to understand the situation or the environment we are in today. ਕਿਉਂਕਿ ਇਸੇ ਹਾਲਾਤ ਦੇ ਅੰਦਰ ਜਿੰਨੇ ਹੈਗੇ ਆ ਰੋਜ਼ਮਰਰਾ ਤੇ ਸਾਨੂੰ ਜਿਹੜਾ ਹੈਗਾ ਬਾਈਬਲ ਦੇਖਣਾ ਪੈਂਦਾ ਕਿ ਇਹ ਕਿਹੋ ਜਿਹੇ ਹਾਲਾਤ ਨੇ।
We see in Genesis, after Adam and Eve were banished from Eden, ਅਸੀਂ ਜਿਹੜਾ ਹੈਗਾ ਉਤਪਤੀ ਦੇ ਅੰਦਰ ਦੇਖਦੇ ਹਾਂ ਜਦੋਂ ਆਦਮ ਔਰ ਈਵ ਨੂੰ ਜਿਹੜਾ ਹੈਗਾ ਈਡਨ ਤੋਂ ਬਾਹਰ ਨਿਕਾਲਤਾ ਤਾ the human race became progressively evil, ਇਨਸਾਨ ਜਿਹੜੇ ਹੈਗੇ ਵੱਧਦੇ ਹੀ ਗਏ ਜਿਹੜਾ ਹੈਗਾ ਪਾਪ ਦੇ ਅੰਦਰ, to a point where Genesis 6:5 the Bible says, ਇਸ ਥਾਂ ਤੇ ਪਹੁੰਚ ਗਏ ਕਿ ਉਤਪਤੀ 6:5 ਲਿਖਿਆ ਹੈ God saw that the wickedness of man was great in the earth, that every imagination of the thought of his heart was only evil continually. और यहोवा ने देखा कि मनुष्यों को की बुराई पृथ्वी पर बढ़ गई है और उनके मन के विचार में जो कुछ उत्पन्न होता है सो निरंतर बुरा ही होता है. Exactly as it is today. बिल्कुल उस तरह जिस तरह आज है. Everything is focused continually on evil. ਇਸ ਵੇਲੇ ਹਰ ਚੀਜ਼ ਜਿਹੜਾ ਹੈਗਾ ਉਹਦਾ ਧਿਆਨ ਜਿਹੜਾ ਹੈਗਾ ਬੁਰੇ ਦੇ ਰਹੇਗਾ. Whether it is corruption, ਭਾਵੇਂ ਭ੍ਰਸ਼ਟਾਚਾਰ, whether it is gender change, ਭਾਵੇਂ ਜਿਹੜਾ ਹੈਗਾ ਆਦਮੀ ਔਰਤ ਅਦਲੇ ਬਦਲੇ ਕਰਨ, or a lifestyle, ਜਾਂ ਕਿਸ ਤਰ੍ਹਾਂ ਦਾ ਜੀਵਨ ਪ੍ਰਤੀਤ ਕਰਦੇ, everything is turning towards evil continually. ਔਰ ਹਰ ਚੀਜ਼ ਜਿਹੜੀ ਹੈਗੀ ਨਿਰੰਤਰ ਬੁਰਾਈ ਦੀ ओर ਜਾਂਦੀ ਪਈ ਹੈ. You see, then the angels came and they contaminated the image of God. ਔਰ ਫਿਰ ਉਹਦੇ ਬਾਅਦ ਸਵਰਗਦੂਤ ਆਏ ਔਰ ਪਰਮੇਸ਼ਵਰ ਦੀ ਛਵੀ ਦੇ ਇਨਸਾਨ ਜਿਹੜਾ ਬਣਿਆ ਹੈਗਾ ਸੀ ਉਹਨੂੰ ਵੀ ਜਿਹੜਾ ਹੈਗਾ ਉਹਨਾਂ ਨੇ ਦੂਸ਼ਿਤ ਕਰਤਾ. The flood destroyed them. ਉਹ ਬਾੜ ਆਈ ਤੇ ਸਾਰਿਆਂ ਨੂੰ ਮਾਰਤਾ. You see, sin by its nature does not lie dormant. ਪਾਪ ਜਿਹੜਾ ਹੈਗਾ ਉਹਦਾ ਸੁਭਾਅ ਇਸ ਤਰ੍ਹਾਂ ਹੈਗਾ ਕਿ ਉਹ ਬਿਨਾਂ ਕੁਝ ਕੀਤੇ ਆਰਾਮ ਨਾਲ ਨਹੀਂ ਬੈਠਾ ਰਹਿੰਦਾ. It is like bacteria, it always multiplies. ਉਹ ਜਿਸ ਤਰ੍ਹਾਂ ਬੈਕਟੀਰੀਆ ਹੁੰਦਾ ਹੈ ਉਹ ਹਮੇਸ਼ਾ ਇੱਕ ਗਿਣਤੀ 'ਚ ਵੱਧਦਾ ਜਾਂਦਾ ਹੈ. As men and women multiplied, sin multiplied. ਜਿਸ ਤਰ੍ਹਾਂ ਆਦਮੀ ਇਨਸਾਨ ਜਿਹੜੇ ਹੈਗੇ ਵੱਧਦੇ ਗਏ ਪਾਪ ਵੀ ਵੱਧਦਾ ਗਿਆ. Man got into the habit of sin. ਆਦਮੀ ਨੂੰ ਜਿਹੜਾ ਹੈਗਾ ਆਦਤ ਪੈ ਗਈ ਪਾਪ ਕਰਨ ਦੀ. Psalm 58:3 the Bible says, ਭਜਨ ਸੰਹਿਤਾ 58:3 'ਚ ਲਿਖਿਆ ਹੈ, the wicked are estranged from the womb, they go astray as soon as they are born, speaking lies. दुष्ट लोग जन्मते ही पराये हो जाते हैं, वे पेट से निकलते ही झूठ बोलते हुए भटक जाते हैं. That is why you don't need to teach a child to lie. ਤਾਂ ਹੀ ਜਿਹੜਾ ਹੈਗਾ ਇੱਕ ਛੋਟੇ ਬੱਚੇ ਨੂੰ ਜਿਹੜਾ ਹੈਗਾ ਤੁਹਾਨੂੰ ਝੂਠ ਬੋਲਣ ਦੀ ਸਿੱਖਿਆ ਨਹੀਂ ਦੇਣੀ It ਪੈਂਦੀ. is the inherent nature of human beings. ਇਹ ਜਿਹੜਾ ਹੈਗਾ ਇਨਸਾਨਾਂ ਦਾ ਸੁਭਾਅ ਹੈ. We are born with the tendency of it. ਸਾਨੂੰ ਜਿਹੜਾ ਹੈਗਾ ਇਹੀ ਚੀਜ਼ ਲਵਾਉਂਦੀ ਹੈ. As a man or woman grows, this sin further develops in every human being. ਜਿਸ ਤਰ੍ਹਾਂ ਆਦਮੀ ਔਰਤ ਜਿਹੜਾ ਹੈਗਾ ਵੱਧਦੇ ਹੈਗੇ ਉਮਰ ਦੇ ਅੰਦਰ ਜਿਹੜਾ ਹੈਗਾ ਇਹ ਪਾਪ ਵੀ ਵੱਧਦਾ ਜਾਂਦਾ ਹੈ. Bible calls this person the natural man. ਬਾਈਬਲ ਜਿਹੜਾ ਹੈਗਾ ਪਰਿਭਾਸ਼ਾ ਦਿੰਦਾ ਹੈਗਾ ਇਹਨੂੰ ਪ੍ਰਕਿਰਤਿਕ ਇਨਸਾਨ ਦੀ. Isaiah 53:6 the Bible says, ਯਸ਼ਾਇਆ 53:6 'ਚ ਲਿਖਿਆ ਹੈ, all we like sheep have gone astray, we have turned everyone to his own way. हम तो सब के सब भेड़ों की नाई भटक गए हैं, हम में से हर एक ने अपने अपने मार्ग चुन लिया है. We live in our own way. ਅਸੀਂ ਆਪਣੀ ਮਾਰਗ ਚੁਣਦੇ ਹਾਂ. Sometimes it is what our parents have taught us. ਕਈ ਵਾਰ ਜਿਹੜਾ ਮਾਤਾ ਪਿਤਾ ਨੇ ਸਿਖਾਇਆ ਹੁੰਦਾ. Sometimes the environment and the situation and experiences teach us. ਕਈ ਵਾਰ ਜੋ ਹਾਲਾਤ ਸਾਡੇ ਆਲੇ ਦੁਆਲੇ ਹੁੰਦੇ ਹੈਗੇ ਉਹਨਾਂ ਨਾਲ ਅਸੀਂ ਸਿੱਖਦੇ ਹਾਂ. Sometimes our friends influence us. ਕਈ ਵਾਰ ਜਿਹੜਾ ਹੈਗਾ ਸਾਡੇ ਦੋਸਤ ਕਰਦੇ ਹੈਗੇ. It doesn't matter from what religion a person comes. ਇਹ ਫਰਕ ਨਹੀਂ ਪੈਂਦਾ ਕਿਸ ਰਿਲੀਜਨ ਤੋਂ ਬੰਦਾ ਆਉਂਦਾ ਹੈ. We are comfortable in our own ways. ਅਸੀਂ ਆਪਣੇ ਹੀ ਤਰੀਕਿਆਂ ਦੇ ਅੰਦਰ ਜਿਹੜਾ ਹੈਗਾ ਆਰਾਮਦਾਇਕ ਹੋ ਜਾਂਦੇ ਹਾਂ. But the Bible sets a standard. ਲੇਕਿਨ ਬਾਈਬਲ ਇੱਕ ਸਤਰ ਰਖਾਉਂਦਾ ਹੈ. Our ways or the Bible way. ਸਾਡੇ ਰਾਹ ਜਾਂ ਬਾਈਬਲ ਦੇ ਰਾਹ. The Bible says, 1 Corinthians 2:14, ਪਹਿਲੇ ਕੋਰਿੰਥੀ 2:14 'ਚ ਲਿਖਿਆ ਹੈ, the natural man receiveth not the things of the Spirit of God, for their foolishness unto him, neither can he know them, because they are spiritually discerned. परंतु शारीरिक मनुष्य परमेश्वर के आत्मा की बातें ग्रहण नहीं करता, क्योंकि वे उसकी बुद्धि में मूर्खता की बातें हैं. That's why when you tell the gospel, when you tell your experience of Jesus, Lord Jesus, people will laugh at you because it is foolishness to them. ਤਾਂ ਹੀ ਜਿਹੜਾ ਹੈਗਾ ਤੁਸੀਂ ਸੁਸਮਾਚਾਰ ਜਿਹੜਾ ਔਰ ਆਪਣੇ ਆਪ ਬੀਤੀ ਹੋਈ ਗੱਲਾਂ ਲੋਕਾਂ ਨੂੰ ਦੱਸਦੇ ਹੈਗੇ ਹੋ ਤਾਂ ਉਹਨਾਂ ਦੇ ਵਾਸਤੇ ਉਹ ਮੂਰਖਤਾ ਦੀਆਂ ਗੱਲਾਂ ਹੁੰਦੀਆਂ. Spiritual things are discerned spiritually. ਰੂਹਾਨੀ ਗੱਲਾਂ ਜਿਹੜੀਆਂ ਹੈਗੀਆਂ ਉਹ ਸਮਝ ਆਉਂਦੀਆਂ ਹੈਗੀਆਂ ਰੂਹ ਤੋਂ. The natural man cannot understand the spiritual things. ਸਰੀਰਕ ਇਨਸਾਨ ਜਿਹੜਾ ਹੈਗਾ ਉਹਨੂੰ ਰੂਹਾਨੀ ਚੀਜ਼ਾਂ ਨਹੀਂ ਸਮਝ ਆਉਂਦੀਆਂ. Our sins have taken us far away from the righteous God. ਸਾਡੇ ਪਾਪ ਜਿਹੜੇ ਹੈਗੇ ਧਰਮੀ ਪਿਤਾ ਪਰਮੇਸ਼ਰ ਤੋਂ ਸਾਨੂੰ ਬੜਾ ਦੂਰ ਲੈ ਗਏ ਨੇ. Isaiah 64:6 the Bible says,
ਇਸ਼ਾਇਆ 64:6 ਚ ਲਿਖਿਆ ਹੈ, But we are all as an unclean thing, and all our righteousness are as filthy rags, and we all do fade as a leaf, and our iniquities, like the wind, have taken us away. हम तो सब के सब अदृश्य मनुष्य के से हैं और हमारे धर्म के काम सब के सब मैले चीथड़ों के समान हैं। हम सब के सब पत्ते की नाई मुरझा जाते हैं और हमारे अधर्म के कामों में हमें वायु की नाई उड़ा दिया है। There are many people who we call saint or sant or whatever, and we think they are righteous. ਅਸੀਂ ਕਈ ਵਾਰ ਬੜੇ ਲੋਕਾਂ ਨੂੰ ਸੰਤ ਕਹਿੰਦੇ ਹੈਗੇ ਆ ਕਿ ਵੀ ਬੜੇ ਧਰਮੀ ਲੋਕ ਨੇ, But all righteousness without Christ is as filthy rags. ਲੇਕਿਨ ਪ੍ਰਭੂ ਯਿਸੂ ਦੇ ਬਿਨਾ ਜਿੰਨੇ ਵੀ ਧਾਰਮਿਕ ਕੰਮ ਅਸੀਂ ਕਰ ਲਈਏ ਉਹ ਚੀਠੇ ਵਕਨ ਹੈਗੇ ਆ। Every person who doesn't have Christ is a natural person. ਜੋ ਵੀ ਇਨਸਾਨ ਜਿਨੇ ਗ੍ਰਹਿਣ ਨਹੀਂ ਕੀਤਾ ਪ੍ਰਭੂ ਯਿਸੂ ਨੂੰ, ਉਹ ਸ਼ਾਰੀਰਿਕ ਇਨਸਾਨ ਹੈ। In that state, they cannot understand spiritual things. ਉਸ ਥਾਂ ਦੇ ਅੰਦਰ ਜਿਹੜਾ ਹੈਗਾ ਉਹਨਾਂ ਨੂੰ ਰੂਹਾਨੀਆਂ ਗੱਲਾਂ ਨਹੀਂ ਸਮਝ ਆਉਂਦੀਆਂ। Our preaching falls on deaf ears. ਸਾਡਾ ਪ੍ਰਚਾਰ ਜਿਹੜਾ ਹੈਗਾ ਉਹ ਇਹੋ ਜਿਹੇ ਕੰਨਾਂ ਤੇ ਪੈਂਦਾ ਜਿੱਥੇ ਕੋਈ ਸੁਣਾਈ ਨਹੀਂ ਦਿੰਦਾ, But unless God opens their ears. ਜਦ ਤੱਕ ਉਹਨਾਂ ਦੇ ਕੰਨ ਨਾ ਖੋਲਣ ਪਰਮੇਸ਼ਵਰ। Bible lists many characteristics of a natural man. ਜਿਹੜਾ ਸਰੀਰਿਕ ਇਨਸਾਨ ਹੈਗਾ ਉਹਦੀਆਂ ਬੜੀਆਂ ਗੱਲਾਂ ਜਿਹੜੀਆਂ ਕਈਆਂ ਹੈਗੀਆਂ ਬਾਈਬਲ 'ਚ। But I want to show the 6 things the Bible talks about. ਮੈਂ 6 ਚੀਜ਼ਾਂ ਦਿਖਾਣਾ ਚਾਹੁੰਦਾ ਜੋ ਬਾਈਬਲ ਕਹਿੰਦੀ ਹੈ। The first thing about a natural man is this. ਸਰੀਰਿਕ ਇਨਸਾਨ ਦੀ ਪਹਿਲੀ ਚੀਜ਼ ਇਹ ਹੈ He or she is an immoral person. ਉਹ ਅਨੈਤਿਕ ਇਨਸਾਨ ਹੈ। See, many times we think immoral means it's a great sin, but it is as bad as it can be. ਅਸੀਂ ਕਈ ਵਾਰੀ ਸੋਚਦੇ ਹੈਗਾ ਕਿ ਪਾਪ ਜਿਹੜਾ ਹੈਗਾ ਬਹੁਤ ਵੱਡੀ ਚੀਜ਼ ਹੈਗੀ ਹੈ, ਲੇਕਿਨ ਕੋਈ ਵੀ ਚੀਜ਼ ਹੋ ਸਕਦੀ ਹੈ। Every person who's not washed in the blood of Christ is an immoral person. ਜੋ ਵੀ ਇਨਸਾਨ ਪ੍ਰਭੂ ਯਿਸੂ ਦੇ ਲਹੂ ਦੇ ਅੰਦਰ ਧੋਇਆ ਨਹੀਂ ਗਿਆ ਹੈਗਾ ਉਹ ਅਨੈਤਿਕ ਇਨਸਾਨ ਹੈ। You see, in writing to the Corinthian church, ਕੁਰਿੰਥੀ ਚਰਚ ਨੂੰ ਲਿਖਦੇ ਹੋਏ 1 Corinthians 5:10, ਪਹਿਲੇ ਕੁਰਿੰਥੀਆਂ 5:10 it describes, it's not there in that, I'm just, describes the worldly people as fornicators, sexually immoral people, covetous. I'll go slowly. Describes people as fornicators. ਉਹਨਾਂ ਨੇ ਦੱਸਿਆ ਕਿ ਸਰੀਰਿਕ ਲੋਕ ਜਿਹੜੇ ਦੁਨੀਆ 'ਚ ਰਹਿੰਦੇ ਹੈਗੇ ਉਹ ਗਲਤ ਕੰਮ ਕਰਦੇ ਹੈਗੇ। Sexually immoral people. ਉਹ ਜਿਹੜਾ ਹੈਗਾ ਵਿਅਭਿਚਾਰ ਕਰਦੇ ਹੈਗੇ। Idolaters. ਮੂਰਤੀ ਪੂਜਨ। In other words, a natural man follows the ways of the world. ਸਰੀਰਿਕ ਇਨਸਾਨ ਜਿਹੜਾ ਹੈਗਾ ਉਹ ਦੁਨੀਆ ਦੇ ਚਲੇ ਮਾਰਗਾਂ ਤੇ ਚੱਲਦਾ। The world sets their moral standard. ਉਹ ਜਿਹੜਾ ਦੁਨੀਆ ਹੈਗੀ ਹੈ ਉਹ ਨੈਤਿਕ ਜਿਹੜਾ ਹੈਗਾ ਸਤਰ ਬਣਾਉਂਦੇ ਹੈਗੇ। And as we know, the fashion of the world changes constantly, and the world's standards also change. ਸਾਨੂੰ ਪਤਾ ਹੈ ਕਿ ਦੁਨੀਆ ਦੇ ਅੰਦਰ ਕੀ ਚੀਜ਼ ਚੱਲਦੀ ਪਈ ਹੈ, ਅੱਜ ਕੁਝ ਹੈਗੀ ਹੈ, ਕੱਲ ਕੁਝ ਹੋਰ ਹੈਗੀ ਹੈ, ਤੇ ਉੱਥੇ ਸਤਰ ਵੀ ਜਿਹੜਾ ਹੈਗਾ ਨੈਤਿਕਤਾ ਦਾ ਬਦਲਦਾ ਜਾਂਦਾ ਹੈ। The Bible says, Ephesians 2:3, ਇਫੀਸੀਆਂ 2:3 ਚ ਲਿਖਿਆ ਹੈ, he talks to believers and says, among whom also we all had our conversation in times past in the lusts of our flesh, fulfilling the desires of the flesh and of the mind, and were by nature the children of wrath, even as others. विश्वासियों ने क्या हैगा, इनमें हम भी सब के सब पहले अपने शरीर की लालसाओं में दिन बिताते थे और शरीर और मन की मनसाएं पूरी करते थे और लोगों के समान स्वभाव से ही क्रोध की संतान थे। Just imagine and think about our lives before Christ. विचारो कि प्रभु यीशु ਦੇ ਅੰਦਰ ਆਉਣ ਤੋਂ ਪਹਿਲਾਂ ਅਸੀਂ ਕਿਵੇਂ ਜਿਹਾ ਜੀਵਨ ਬਤੀਤ ਕਰਦੇ ਸੀ। How did we live? ਕਿਸ ਤਰ੍ਹਾਂ ਰਹਿੰਦੇ ਸੀ? We lived according to the desires of the flesh. ਕਿ ਸਾਡੇ ਜਿਹੜੇ ਸਰੀਰਿਕ ਜਿਹੜੀ ਵਾਸਨਾਵਾਂ ਹੈਗੀਆਂ ਉਹਨਾਂ ਦੇ ਅਨੁਸਾਰ ਰਹਿੰਦੇ ਸੀ। Lusts of the flesh. ਹਾੜ ਮਾਸ ਦੇ ਜਿਹੜੇ ਕੀ ਵਾਸਨਾਵਾਂ। And we were under the wrath of God. ਔਰ ਅਸੀਂ ਪਰਮੇਸ਼ਵਰ ਦੇ ਕ੍ਰੋਧ ਦੇ ਥੱਲੇ ਸੀ। That is how natural man is. ਇਸ ਤਰ੍ਹਾਂ ਸਰੀਰਿਕ ਇਨਸਾਨ ਹੈਗਾ। The second thing about the natural man is he or she is a sinner by nature. ਦੂਜੀ ਚੀਜ਼ ਜਿਹੜੀ ਹੈਗੀ ਸਰੀਰਿਕ ਇਨਸਾਨ ਦੀ ਇਹ ਹੈਗੀ ਹੈ ਕਿ ਉਹ ਸੁਭਾਵ ਦੇ ਨਾਲ ਹੀ ਪਾਪੀ ਹੈ। It means that whatever they do without Christ, they can never meet the standard of God. ਇਹਦਾ ਅਰਥ ਇਹ ਹੈਗਾ ਕਿ ਪ੍ਰਭੂ ਯਿਸੂ ਦੇ ਬਿਨਾਂ ਜੋ ਵੀ ਕੁਝ ਉਹ ਕੰਮ ਕਰਨ ਜਿਹੜਾ ਹੈਗਾ ਉਹ ਪ੍ਰਭੂ ਦਾ ਜਿਹੜਾ ਹੈਗਾ ਸਤਰ ਨਹੀਂ ਪਹੁੰਚ ਸਕਦੇ। The natural man is prone to sin. ਸਰੀਰਿਕ ਇਨਸਾਨ ਜਿਹੜਾ ਹੈਗਾ ਉਹ ਪਾਪ ਦੀ ਤਰਫ ਜਾਂਦਾ ਹੈਗਾ। More prone towards sin than towards God.
ਕਿ ਜ਼ਿਆਦਾਤਰ ਜਿਹੜਾ ਹੈਗਾ ਉਹਦਾ ਝੁਕਾਵ ਜਿਹੜਾ ਹੈਗਾ ਪਾਪ ਦੀ ਤਰਫ ਹੁੰਦਾ ਹੈ, ਪਰਮੇਸ਼ਵਰ ਦੀ ਤਰਫ ਨਹੀਂ। Like water and electricity, they follow the path of least resistance. ਜਿਸ ਤਰ੍ਹਾਂ ਪਾਣੀ ਔਰ ਊਰਜਾ ਜਿਹੜੀ ਹੈਗੀ ਹੈ ਉਹ ਜਿੱਥੇ ਜਿੱਥੇ ਥੱਲੇ ਗੜ ਹੁੰਦੀ ਹੈਗੀ ਉੱਥੇ ਜਾਂਦੇ ਹੈਗੇ। The Bible describes them. ਬਾਈਬਲ ਨੇ ਇਸ ਤਰ੍ਹਾਂ ਵਰਣਨ ਕੀਤਾ। Romans 3:10-12. ਰੋਮੀਓ 3:10-12 As it is written, there is none righteous, no, not one. There is none that understandeth. There is none that seeketh after God. They are all gone out of the way. They are altogether become unprofitable. There is none that doeth good, no, not one. जैसा लिखा है कि कोई धर्मी नहीं, एक भी नहीं, कोई समझदार नहीं, कोई परमेश्वर को का खोजने वाला नहीं, सब भटक गए हैं, सब के सब निकम्मे बन गए हैं, कोई भलाई करने वाला नहीं, एक भी नहीं। So the natural man is naturally corrupt, wicked, evil. प्राकृतिक इंसान ਜਿਹੜਾ ਹੈਗਾ ਉਹ ਸੁਭਾਵ ਨਾਲ ਜਿਹੜਾ ਹੈਗਾ ਭ੍ਰਸ਼ਟਾਚਾਰ ਚ ਪੈਦਾ ਹੋਇਆ। Third thing about a natural man is he or she is a servant of sin. ਤੀਜੀ ਚੀਜ਼ ਜਿਹੜੀ ਹੈਗੀ ਹੈ ਸਰੀਰਕ ਇਨਸਾਨ ਦੀ ਹੈਗੀ ਹੈ ਕਿ ਉਹ ਪਾਪ ਦਾ ਜਿਹੜਾ ਹੈਗਾ ਦਾਸ ਹੈ। Dominated by sin. ਉਹ ਭਰਿਆ ਹੋਇਆ ਹੈ ਪਾਪ ਦੇ ਨਾਲ। Under the control of the prince of the power of the air. ਕਿ ਉਹ ਜਿਹੜਾ ਪ੍ਰਿੰਸ ਜਿਹੜਾ ਹੈਗਾ ਇਸ ਦੁਨੀਆ ਦਾ ਜਿਹੜਾ ਹੈਗਾ ਉਹਦੇ ਥੱਲੇ ਹੈਗਾ। Completely controlled and guided by the devil. ਸ਼ੈਤਾਨ ਦੇ ਨਾਲ ਜਿਹੜਾ ਹੈਗਾ ਉਹਦਾ ਪੂਰਾ ਕੰਟਰੋਲ ਉਹਦਾ ਹੈਗਾ। Not only just when we talk about devil, we only think about a person possessed with the devil. No. ਜਦੋਂ ਅਸੀਂ ਸ਼ੈਤਾਨ ਦੇ ਬਾਰੇ ਸੋਚਦੇ ਕਿ ਹਾਂ ਵੀ ਉਹ ਕਾਬੂ ਕੀਤਾ ਹੋਇਆ ਉਹਦੇ ਤੇ, ਸਿਰਫ ਉਹ ਨਹੀਂ ਹੈਗਾ। We can be tempted and guided and controlled by the devil. ਸਾਨੂੰ ਜਿਹੜਾ ਹੈਗਾ ਲੁਭੋਵਿਤ ਕਰ ਸਕਦਾ ਹੈਗਾ, ਕੰਟਰੋਲ ਕਰ ਸਕਦਾ ਹੈਗਾ ਸ਼ੈਤਾਨ। Devil creates this world system. ਸ਼ੈਤਾਨ ਜਿਹੜਾ ਹੈਗਾ ਪੂਰੀ ਦੁਨੀਆ ਦਾ ਸਿਸਟਮ ਬਣਾਉਂਦਾ, like philosophies, ਜਿਸ ਤਰ੍ਹਾਂ ਫਿਲਾਸਫੀ ਹੈਗੀਆਂ, the gods, ਵੱਖਰੇ ਵੱਖਰੇ the ਪ੍ਰਭੂ, temples, ਮੰਦਿਰ, the churches, ਕਲੀਸਿਆਂ, the mosques, ਮਸਜਿਦਾਂ, the entertainment system, ਜਿੰਨਾ ਜਿਹੜਾ ਹੈਗਾ ਐਂਟਰਟੇਨ ਕਰਨ ਦੇ ਸਿਸਟਮ ਹੈ। everything that occupies a person, natural man's entertainment. ਸਰੀਰਕ ਇਨਸਾਨ ਜਿਹੜਾ ਹੈਗਾ ਉਹਦੀ ਜੋ ਵੀ ਐਂਟਰਟੇਨਮੈਂਟ ਹੈਗੀ ਹੈ ਸਾਰੀ, The religious desire of man, ਧਰਮੀ ਜਿਹੜਾ ਇੱਛਾ ਜਿਹੜੀ ਹੈਗੀ ਇਨਸਾਨ ਦੀ, the mental satisfaction of man. ਕਿ ਮਾਨਸਿਕ ਜਿਹੜਾ ਹੈਗਾ ਸੈਟੀਸਫੈਕਸ਼ਨ। That's why the Bible calls him the God of this world. ਤਾਂ ਹੀ ਜਿਹੜਾ ਹੈਗਾ ਬਾਈਬਲ ਨੇ ਕਿਹਾ ਹੈਗਾ ਕਿ ਇਸ ਧਰਤੀ ਦਾ ਉਹ ਰਾਜਾ ਹੈਗਾ। God created the earth. ਪਰਮੇਸ਼ਵਰ ਨੇ ਧਰਤੀ ਦੀ ਰਚਨਾ ਕੀਤੀ। Devil created the worldly system. ਔਰ ਸ਼ੈਤਾਨ ਨੇ ਜਿਹੜਾ ਹੈਗਾ ਦੁਨੀਆ ਦਾ ਜਿਹੜਾ ਹੈਗਾ ਸਿਸਟਮ ਬਣਾਇਆ। You have to recognize the difference between the two. ਦੋਨਾਂ ਦੇ ਅੰਦਰ ਅੰਤਰ ਦੇਖਣਾ ਜ਼ਰੂਰੀ ਹੈ। The beauty of creation, we sang about it today. ਅਸੀਂ ਜਿਹੜਾ ਹੈਗਾ ਰਚਨਾ ਜੋ ਕਿੰਨੀ ਅਦਭੁਤ ਕੀਤੀ ਹੈਗੀ ਅਸੀਂ ਗਾਏ ਉਹਦੇ ਬਾਰੇ ਚ। It's created by God. ਪਰਮੇਸ਼ਵਰ ਨੇ ਬਣਾਈ। The trees, the scenery, the mountains, everything is created by God. ਪੇੜ ਪਹਾੜ ਇਹ ਸਾਰੀਆਂ ਚੀਜ਼ਾਂ ਪਰਮੇਸ਼ਵਰ ਨੇ ਬਣਾਈਆਂ। But the entertainment, the engagement of people in their personal lives, whatever you want to, everyone has a different desire and everything is created by the devil. ਲੇਕਿਨ ਹਰ ਕੋਈ ਜਿਹੜਾ ਹੈਗਾ ਵਿਅਕਤੀਗਤ ਰੂਪ ਦੇ ਅੰਦਰ ਜਿਹੜਾ ਹੈਗਾ ਐਂਟਰਟੇਨਮੈਂਟ ਕਰਦਾ ਹੈਗਾ, ਉਹ ਸਾਰੀਆਂ ਚੀਜ਼ਾਂ ਦੀ ਇਜਾਦ ਜਿਹੜੀ ਹੈਗੀ ਸ਼ੈਤਾਨ ਨੇ ਕੀਤੀ ਹੈ। Man is encouraged to think that he or she is in control. ਇਨਸਾਨ ਨੂੰ ਜਿਹੜਾ ਹੈਗਾ ਪ੍ਰੋਤਸਾਹਿਤ ਕੀਤਾ ਜਾਂਦਾ ਹੈਗਾ ਇਹ ਸੋਚਣ ਵਾਸਤੇ ਕਿ ਹਾਂ ਵੀ ਉਹ ਖੁਦ ਕੰਟਰੋਲ ਵਿੱਚ ਹੈ। There used to be a song, long time ago, it says, "It's my life." ਇੱਕ ਗਾਣਾ ਹੈਗਾ ਸੀ, ਹਾਂ ਮੇਰਾ ਜੀਵਨ ਹੈ। That's the greatest deception of the world. ਇਹ ਦੁਨੀਆ ਦਾ ਸਭ ਤੋਂ ਵੱਡਾ ਧੋਖਾ ਹੈਗਾ। You see, Ephesians 2:2, the Bible says, ਇਫੀਸੀਓਂ 2:2 ਦੇ ਅੰਦਰ ਲਿਖਿਆ ਹੈਗਾ, wherein in time past he walked according to the course of this world, according to the prince of the power of the air, the spirit that now worketh in the children of disobedience. जिनमें तुम पहले इस संसार की रीति पर और आकाश के अधिकार के हाकिम अर्थात उस आत्मा के अनुसार चलते थे जो अब भी आज्ञा न मानने वालों में कार्य करता है। People think that if they make decisions, they are doing it, but no, it is being influenced by the spirit of disobedience. ਜੇ ਲੋਕੀ ਸੋਚਦੇ ਹੈਗੇ ਕਿ ਹਾਂ ਵੀ ਮੈਂ ਡਿਸੀਜਨ ਲਿੱਤਾ ਹੈਗਾ ਤੇ ਇਹ ਧੋਖਾ ਹੈਗਾ ਉਹਨਾਂ ਦਾ, ਕਿਉਂਕਿ ਇਹ ਉਹ ਆਤਮਾ ਬੁਰੀਆਂ ਆਤਮਾ ਜਿਹੜੀਆਂ ਹੈਗੀਆਂ ਉਹਨੂੰ ਝਕਝੋਰਦੀਆਂ ਪਈਆਂ ਹੈਗੀਆਂ ਕੰਮ ਕਰਨ ਨੂੰ। They are under the control of Satan like a mindless puppet. ਔਰ ਜਿਹੜਾ ਹੈਗਾ ਉਹ ਸ਼ੈਤਾਨ ਦੇ ਕੰਟਰੋਲ ਵਿੱਚ ਹੈਗੇ ਆ, ਜਿਸ ਤਰ੍ਹਾਂ ਇੱਕ ਪਪਟ ਹੁੰਦਾ ਹੈਗਾ। The devil encourages us to fulfill all the lusts of our flesh. ਔਰ ਜਿਹੜਾ ਹੈਗਾ ਸ਼ੈਤਾਨ ਸਾਨੂੰ ਪ੍ਰੋਤਸਾਹਿਤ ਕਰਦਾ ਹੈਗਾ ਕਿ ਸਾਡੀ ਸਰੀਰਕ ਵਾਸਨਾਵਾਂ ਸਾਰੀਆਂ ਪੂਰੀ ਕਰੀਏ ਅਸੀਂ। We have to be careful in this world.
ਸਾਨੂੰ ਚੇਤਨਾ ਰਹਿਣਾ ਹੈਗਾ ਇਸ ਦੁਨੀਆ ਦੇ ਅੰਦਰ। Lord Jesus said, John 8:44, ਯੋਹੰਨਾ 8:44 ਚ ਜਿਹੜਾ ਹੈਗਾ ਪ੍ਰਭੂ ਯਿਸੂ ਨੇ "You ਕਿਹਾ, are of your father the devil, the lusts of your father he will do. He was a murderer from the beginning and abode not in the truth, because there is no truth in him. When he speaketh a lie, he speaketh of his own, for he is a liar and the father of it." तुम अपने पिता शैतान से हो और अपने पिता की लालसाओं को पूरा करना चाहते हो। वह तो आरंभ से हत्यारा है और सत्य पर स्थिर ना रहा, क्योंकि सत्य उसमें है ही नहीं। जब वह झूठ बोलता है तो अपने स्वभाव से ही बोलता है, क्योंकि वह झूठा है वरन झूठ का पिता है। Romans 6:20, the Bible says, रोमियो 6:20 लिखा है, "For when ye were the servants of sin, ye were free from righteousness." जब तुम पाप के दास थे तो धर्म की ओर से स्वतंत्र थे। As a natural man, we were servants of sin. ਸਰੀਰਿਕ ਇਨਸਾਨ ਦੇ ਨਾਲ ਜਿਹੜਾ ਹੈਗਾ ਅਸੀਂ ਪਾਪ ਦੇ ਦਾਸ ਸੀ। Sin is the boss. ਪਾਪ ਜਿਹੜਾ ਹੈਗਾ ਉਹ ਬਾਸ ਹੈ। We disobey God because of sin. ਅਸੀਂ ਪਰਮੇਸ਼ਵਰ ਦੀ ਆਗਿਆ ਦਾ ਉਲੰਘਣ ਕਰਨੇ ਹੈਗੇ ਆ ਕਿਉਂਕਿ ਅਸੀਂ ਪਾਪ ਨੂੰ ਮੰਨਦੇ ਆ। The Bible says when we are born again, ਬਾਈਬਲ ਕਹਿੰਦਾ ਜਦੋਂ ਅਸਾਂ ਨਵਾਂ ਜਨਮ ਹੁੰਦਾ ਸਾਡਾ, the person is changed from being a servant of sin to become servant of God. ਉਹ ਇਨਸਾਨ ਜਿਹੜਾ ਹੈਗਾ ਪਹਿਲਾਂ ਦਾਸ ਦਾ ਪਾਪ ਦਾ ਦਾਸ ਹੋਣ ਤੋਂ ਬਜਾਏ ਉਹ ਪਰਮੇਸ਼ਵਰ ਦਾ ਦਾਸ ਬਣ ਜਾਂਦਾ। You see, that is the great work of God. ਇਹ ਵੱਡਾ ਕੰਮ ਹੈਗਾ ਪਰਮੇਸ਼ਵਰ ਦਾ। That is the greatest miracle. ਇਹ ਸਭ ਤੋਂ ਵੱਡਾ ਚਮਤਕਾਰ ਹੈ। The fourth thing about the natural man, ਸਰੀਰਿਕ ਇਨਸਾਨ ਦੀ ਚੌਥੀ ਚੀਜ਼ ਹੈ 2 Corinthians 4:4. ਦੂਜੇ ਕੋਰਿੰਥੀਆਂ 4:4, The natural man is blinded. ਉਹ ਜਿਹੜੇ ਹੈਗੇ ਅੰਨੇ ਹੋਏ ਹੈਗੇ। No, blinded. ਸਰੀਰਿਕ Is andha. So, in whom the God of this world has blinded the minds of them which believe not, lest the light of the glorious gospel of Christ, who is the image of God, should shine unto them. जिनकी बुद्धि को इस संसार ने ईश्वर ने अंधा कर दिया है, ताकि मसीह जो परमेश्वर का प्रतिरूप है उसके तेजोमय सुसमाचार का प्रकाश उन पर न चमके। The light of the gospel cannot penetrate सुसमाचार ਦੀ ਰੋਸ਼ਨੀ ਜਿਹੜੀ ਹੈਗੀ ਆ ਉਹਨਾਂ ਦੇ ਅੰਦਰ ਨਹੀਂ ਜਾਂਦੀ unless God opens it. ਜਦ ਤੱਕ ਪਰਮੇਸ਼ਵਰ ਨਾ ਖੋਲਣ। Many of us were like that ਕਈ ਅਸੀਂ ਲੋਕ ਇਸ ਤਰ੍ਹਾਂ ਹੈਗੇ ਸੀ till God opened our eyes. ਜਦ ਤੱਕ ਪਰਮੇਸ਼ਵਰ ਨੇ ਸਾਡੀਆਂ ਅੱਖਾਂ ਨਹੀਂ ਖੋਲੀਆਂ। Nicodemus in the Bible was like that. ਨਿਕੋਦੇਮਸ ਵੀ ਇਸ ਤਰ੍ਹਾਂ ਹੀ ਸੀ। He was a master in Israel. ਉਹ ਜਿਹੜਾ ਹੈਗਾ ਮਾਸਟਰ ਹੈਗਾ ਸੀ ਇਜ਼ਰਾਈਲ ਦੇ ਅੰਦਰ। He taught people the word of God. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਸਿਖਾਉਂਦਾ ਹੈਗਾ ਸੀ ਲੋਕਾਂ ਨੂੰ। Then Lord Jesus asked him, ਪ੍ਰਭੂ ਯਿਸੂ ਨੇ ਉਹਨੂੰ ਪੁੱਛਿਆ, John 3:10, ਯੋਹੰਨਾ 3:10, Jesus answered and said unto him, Art thou a master of Israel and knowest not these things? यह सुनकर यीशु ने उससे कहा, तू इजराइलियों का गुरु होकर भी क्या इन बातों को नहीं समझता? Just because a natural man studies the Bible, शारीरिक इंसान ਜਿਹੜਾ ਹੈਗਾ ਬਾਈਬਲ ਦਾ ਜੇ ਅਧਿਐਨ ਕਰੇ ਤੇ hears the gospel, ਇੱਥੇ ਸੁਸਮਾਚਾਰ ਹੈਗਾ, he or she may not understand the gospel. ਉਹਨੂੰ ਸੁਸਮਾਚਾਰ ਨਹੀਂ ਸਮਝ ਆ ਸਕਦਾ। God has to open their eyes. ਪਰਮੇਸ਼ਵਰ ਉਹਦੀਆਂ ਅੱਖਾਂ ਖੋਲਣ ਤਾਂ ਹੀ ਸਮਝੇਗਾ। You see, it is a big responsibility of us Christians that God opens the minds of the people around us. ਇਹ ਵੱਡੀ ਰਿਸਪਾਂਸਿਬਿਲਿਟੀ ਹੈਗੀ ਹੈ ਸਾਡੀ ਮਸੀਹਾਂ ਦੀ ਕਿ ਪਰਮੇਸ਼ਵਰ ਜਿਹੜਾ ਹੈਗਾ ਸਾਡੇ ਲੋਕਾਂ ਦੇ ਆਲੇ ਦੁਆਲੇ ਉਹਨਾਂ ਦੀਆਂ ਅੱਖਾਂ ਖੋਲਣ। 1 Corinthians 1:18 the Bible says, ਪਹਿਲਾ ਕੋਰਿੰਥੀਆਂ 1:18 ਚ ਲਿਖਿਆ ਹੈ, For the preaching of the cross is to them that perish foolishness, but unto us which are saved it is the power of God. क्योंकि क्रूस की कथा नाश होने वाले के लिए निकट मूर्खता है, परंतु हम उद्धार पाने वालों के निकट परमेश्वर की सामर्थ है। When a natural man hears about the cross, the great sacrifice of Lord Jesus Christ, ਜਦੋਂ ਸ਼ਾਰੀਰਿਕ ਇਨਸਾਨ ਜਿਹੜਾ ਹੈਗਾ ਪ੍ਰਭੂ ਯਿਸੂ ਦਾ ਕ੍ਰਾਸ ਦੇ ਉੱਤੇ ਜੋ ਉਹਨਾਂ ਨੇ ਬਲੀਦਾਨ ਕੀਤਾ ਸੁਣਦਾ ਹੈ, it is foolishness to him. ਉਹਦੇ ਵਾਸਤੇ ਮੂਰਖਤਾ ਹੈਗੀ ਹੈ। He may have temporary compassion, ਹੋ ਸਕਦਾ ਥੋੜੀ ਦੇਰ ਵਾਸਤੇ ਜਿਹੜਾ ਹੈਗਾ ਕੰਪੈਸ਼ਨ ਹੋਵੇ, but it does not provoke him or her to submit to the will of God. ਲੇਕਿਨ ਉਸ ਚੀਜ਼ ਦੇ ਨਾਲ ਜਿਹੜਾ ਹੈਗਾ ਉਤੇਜਿਤ ਨਹੀਂ ਹੁੰਦਾ ਕਿ ਪਰਮੇਸ਼ਵਰ ਦੀ ਇੱਛਾ ਦੇ ਥੱਲੇ ਅਧੀਨ ਹੋਵੇ। The natural man doesn't understand the people of God. शारीरिक इंसान ਜਿਹੜਾ ਹੈਗਾ ਪਰਮੇਸ਼ਵਰ ਦੇ ਜਨਾਂ ਨੂੰ ਨਹੀਂ ਸਮਝਦਾ। He will criticize everything the believer does. ਜੋ ਵਿਸ਼ਵਾਸੀ ਕਹਿਣਗੇ ਕਰਨਗੇ ਉਹਨੂੰ ਜਿਹੜਾ ਹੈਗਾ ਉਹ ਬੁਰਾ ਭਲਾ ਕਹੇਗਾ। Doesn't understand because the life is bothering him all the time. ਉਹਨੂੰ ਸਮਝ ਨਹੀਂ ਆਉਂਦੀ ਕਿਉਂਕਿ ਜੀਵਨ ਜਿਹੜਾ ਹੈਗਾ ਉਹਨੂੰ ਤੰਗ ਕਰਦਾ ਪਿਆ ਹਰ ਸਮੇਂ। It is very similar to a deaf man criticizing the music. ਇੱਕ ਬਹਿਰਾ ਇਨਸਾਨ ਜਿਹੜਾ ਹੈਗਾ ਜੇ ਉਹ ਗਾਣੇ ਨੂੰ ਜਿਹੜਾ ਹੈਗਾ ਬੁਰਾ ਭਲਾ ਕਹੇ, or a blind man
criticizing a piece of art. ਔਰ ਇੱਕ ਅੰਨਾ ਬੰਦਾ ਜਿਹੜਾ ਹੈਗਾ ਕੋਈ ਇੱਕ ਪੀਸ ਆਫ ਆਰਟ ਨੂੰ ਜਿਹੜਾ ਹੈਗਾ ਬੁਰਾ ਭਲਾ ਕਹੇ। It's only the Lord Jesus who can remove this blindness. ਇਹ ਸਿਰਫ ਪ੍ਰਭੂ ਯਿਸੂ ਹੈਗੇ ਜਿਹੜਾ ਉਸ ਦੇ ਅੰਧੇਪਨ ਨੂੰ ਖਤਮ ਕਰ ਸਕਦਾ The blind man who was healed by Lord Jesus said like this. ਅੰਨਾ ਆਦਮੀ ਜਿਹਨੂੰ ਚੰਗਾ ਕਰਤੀ ਸੀ ਪ੍ਰਭੂ ਯਿਸੂ ਨੇ ਉਹਨੇ ਕਿਹਾ John 9:25. ਯੋਹੰਨਾ 9:25 And he answered and said, whether he be sinner or no, I know not. One thing I know, whereas I was blind, now I see. उसने उत्तर दिया, मैं नहीं जानता कि वह पापी है या नहीं, मैं एक बात जानता हूँ कि मैं अंधा था और अब देखता हूँ। Number fifth characteristic of a natural man is the man is spiritually dead. ਪੰਜਵੀਂ ਚੀਜ਼ ਜਿਹੜੀ ਹੈਗੀ ਸਰੀਰਕ ਇਨਸਾਨ ਦੀ ਇਹ ਹੈਗੀ ਹੈ ਕਿ ਰੂਹਾਨੀ ਰੂਪ ਨਾਲ ਜਿਹੜਾ ਮਰਿਆ ਹੋਇਆ ਵਾ। When Adam sinned, God said, if you sin, if you eat the fruit, you will die. ਆਦਮ ਨੂੰ ਪਰਮੇਸ਼ਰ ਨੇ ਇਹ ਕਿਹਾ ਸੀ ਕਿ ਜੇ ਤੂੰ ਫਲ ਖਾਏਗਾ ਤੂੰ ਮਰ ਜਾਏਗਾ। He did not die physically, but he died spiritually. ਉਹ ਸਰੀਰਕ ਰੂਪ ਨਾਲ ਨਹੀਂ ਮਰਿਆ ਲੇਕਿਨ ਰੂਹਾਨੀ ਰੂਪ ਨਾਲ ਮਰ ਗਿਆ। As the population increased, ਜਿਸ ਤਰ੍ਹਾਂ ਜਿਹੜਾ ਹੈਗਾ ਲੋਕੀ ਵਧੇ, most of the people lost this fellowship with God. ਜ਼ਿਆਦਾਤਰ ਲੋਕ ਜਿਹੜਾ ਹੈਗਾ ਸਹਿਭਾਗਿਤਾ ਜਿਹੜੀ ਹੈਗੀ ਪਰਮੇਸ਼ਰ ਦੇ ਨਾਲ ਗਵਾਚਤੀ। As a natural man, they inherited this from Adam. ਸਰੀਰਕ ਇਨਸਾਨ ਹੋਣ ਦੇ ਨਾਤੇ ਜਿਹੜਾ ਹੈਗਾ ਇਹੀ ਚੀਜ਼ ਉਹਨਾਂ ਨੂੰ ਆਦਮ ਤੋਂ ਮਿਲੀ। Romans 5:21 says, ਰੋਮੀਓ 5:21 ਚ ਲਿਖਿਆ that as sin hath reigned unto death, even so might grace reign through righteousness unto eternal life by Jesus Christ our Lord. कि जैसा पाप ने मृत्यु फैलाए हुए राज्य किया, वैसे ही हमारे प्रभु यीशु मसीह के द्वारा अनुग्रह भी अनंत जीवन के लिए धर्मी ठहरे हुए राज्य करे। The unnatural man is not responsive to God. शारीरिक इंसान ਜਿਹੜਾ ਹੈਗਾ ਉਹ ਪਰਮੇਸ਼ਵਰ ਦੀ ਗੱਲਾਂ ਨੂੰ ਨਹੀਂ ਸਮਝਦਾ। 1 Corinthians 2:14 says, ਪਹਿਲਾ ਕੁਰਿੰਥੀਆਂ 2:14 ਚ ਲਿਖਿਆ ਹੈ, but the natural man receiveth not the things of the Spirit of God, for they are foolishness unto him, neither can he know them, because they are spiritually discerned. परंतु शारीरिक मनुष्य परमेश्वर के आत्मा की बातें ग्रहण नहीं करता, क्योंकि वह उसकी दृष्टि में मूर्खता की बातें हैं और वह उन्हें नहीं जान सकता, क्योंकि उनकी जांच आत्मिक रीति से होती है। Spiritual things has no interest for natural man. रूहानी चीज़ां ਜਿਹੜੀ ਹੈਗੀ ਦਿਲਚਸਪ ਨਹੀਂ ਲੱਗਦੀਆਂ ਹੈਗੀਆਂ ਸਰੀਰਕ ਇਨਸਾਨ ਨੂੰ। Natural man does not like to incline towards the true God. ਸਰੀਰਕ ਇਨਸਾਨ ਜਿਹੜਾ ਹੈਗਾ ਉਹ ਸੱਚੇ ਪਰਮੇਸ਼ਵਰ ਦੀ ਤਰਫ ਜਿਹੜਾ ਹੈਗਾ ਨਹੀਂ ਜਾਂਦਾ। Romans 1:28 says, ਰੋਮੀਓ 1:28 ਚ ਲਿਖਿਆ, they don't even like to retain God in their minds, in their knowledge. ਉਹ ਜਿਹੜਾ ਹੈਗਾ ਆਪਣੇ ਦਿਮਾਗ ਦੇ ਅੰਦਰ ਵੀ ਜਿਹੜਾ ਹੈਗਾ ਨਹੀਂ ਕਹਿਣਾ ਚਾਹੁੰਦੇ ਕਿ ਹਾਂ ਪਰਮੇਸ਼ਵਰ ਹੈ। And even as they did not like to retain God in their knowledge, God gave them over to a reprobate mind to do those things which are not convenient. और जब उन्होंने परमेश्वर को पहचानना ना चाहा, इसलिए परमेश्वर ने उन्हें भी उनके निकम्मे मन पर छोड़ दिया कि वे अनुचित काम करें। Today the natural man is doing the things that they are doing, it's because God has given them over to a reprobate mind. ਅੱਜ ਜਿਹੜਾ ਹੈਗਾ ਸਰੀਰਕ ਇਨਸਾਨ ਜਿਹੜਾ ਹੈਗਾ ਉਹ ਸਾਰੇ ਕੰਮ ਕਰਦਾ ਹੈਗਾ ਕਿਉਂਕਿ ਪ੍ਰਭੂ ਨੇ ਜਿਹੜਾ ਹੈਗਾ ਉਹਨੂੰ ਅਨੁਚਿਤ ਕੰਮ ਕਰਨ ਵਾਸਤੇ ਛੱਡਤਾ ਹੈਗਾ। There are many pious, honest, good people in the world. ਬੜੇ ਧਰਮੀ ਲੋਕ ਜਿਹੜੇ ਹੈਗੇ ਇਨਸਾਨ ਹੈਗੇ ਨੇ ਧਰਤੀ ਤੇ, but not all of them get saved. ਲੇਕਿਨ ਹਰ ਕੋਈ ਜਿਹੜਾ ਹੈਗਾ ਬਚਦੇ ਨਹੀਂ, because their minds have been given over to be a reprobate. ਕਿਉਂਕਿ ਉਹਨਾਂ ਦਾ ਦਿਮਾਗ ਜਿਹੜਾ ਹੈਗਾ ਉਸ ਤਰ੍ਹਾਂ ਅਨੁਚਿਤ ਕੰਮ ਵਾਸਤੇ ਜਿਹੜਾ ਹੈਗਾ ਬਣ ਗਿਆ। It is essential for us to pray for these people. ਇਹ ਜ਼ਰੂਰੀ ਹੈਗਾ ਕਿ ਅਸੀਂ ਪ੍ਰਾਰਥਨਾ ਕਰੀਏ ਇਹਨਾਂ ਲੋਕਾਂ ਵਾਸਤੇ that God will open their eyes. ਤਾਂ ਕਿ ਪਰਮੇਸ਼ਵਰ ਜਿਹੜਾ ਹੈਗਾ ਉਹਨਾਂ ਦੀਆਂ ਅੱਖਾਂ ਖੋਲਣ। Using trickery to convert them, undue influence will only make them more worthy of hell. ਚਲਾਕੀ ਦੇ ਨਾਲ ਜੇ ਉਹਨਾਂ ਨੂੰ ਤੁਸੀਂ ਮਨਾਉਣ ਦੀ ਕੋਸ਼ਿਸ਼ ਕਰਦੇ ਹੈਗੇ ਹੋ ਪ੍ਰਭੂ ਯਿਸੂ ਦੇ ਅੰਦਰ, ਤੇ ਹੋਰ ਜ਼ਿਆਦਾ ਜਿਹੜਾ ਨਰਕ ਦੇ ਪਾਸੇ ਜਾਣਗੇ ਉਹ। The sixth thing I have noticed in the scripture about a natural man is that they are without hope. ਛठी ਚੀਜ਼ ਜਿਹੜੀ ਹੈਗੀ ਹੈ ਪ੍ਰਕਿਰਤਿਕ ਇਨਸਾਨ ਦੇ ਇਹ ਹੈਗੀ ਹੈ ਕਿ ਉਹਨਾਂ ਦੇ ਅੰਦਰ ਕੋਈ ਆਸ਼ਾ ਨਹੀਂ ਹੈਗੀ। Ephesians 2:12 Paul describes people. ਇਫੀਸੀਓ 2:12 ਦੇ ਅੰਦਰ ਜਿਹੜਾ ਪੌਲੁਸ ਨੇ ਇਸ ਤਰ੍ਹਾਂ ਕਿਹਾ, that at the time ye were without Christ, being aliens from the commonwealth of Israel and strangers from the covenants of promise, having no hope and without God in this world. तुम लोग उस समय मसीह से अलग और इस्राएल की प्रजा के पद से अलग किए हुए और प्रतिज्ञा की वाचाओं के भागी ना थे और आशाहीन और जगत में ईश्वर रहित थे।
Ashaheen is a very nice description of the people of the world. ਦੁਨੀਆ ਦੇ ਲੋਕਾਂ ਦੇ ਵਾਸਤੇ ਜਿਹੜਾ ਹੈਗਾ ਆਸ਼ਾਹੀਨ ਬਹੁਤ ਅੱਛਾ ਵਰਣਨ ਹੈਗਾ। Hell is the only guaranteed future. ਨਰਕ ਜਿਹੜਾ ਹੈਗਾ ਸਿਰਫ ਇਹੀ ਪੱਕਾ ਹੈਗਾ ਉਹਨਾਂ ਦੇ ਵਾਸਤੇ। A person who is born once will die twice. ਇੱਕ ਆਦਮੀ ਜਿਹੜਾ ਹੈਗਾ ਇੱਕ ਵਾਰ ਪੈਦਾ ਹੁੰਦਾ ਦੋ ਵਾਰ ਮਰਦਾ ਹੈ। And a person who is born twice will only die once. ਔਰ ਦੋ ਵਾਰ ਜਿਹੜਾ ਪੈਦਾ ਹੁੰਦਾ ਹੈ ਉਹ ਸਿਰਫ ਇੱਕ ਵਾਰ ਮਰੇਗਾ। Hallelujah. The Bible says, Hebrews 9:27. ਇਬਰਾਨੀਓ 9:27 ਚ ਲਿਖਿਆ ਹੈ, And it is appointed unto men to die once to die, but after this the judgment. और जैसे मनुष्यों के लिए एक बार मरना और उसके बाद न्याय का होना नियुक्त है। The natural man is going to die without hope. शारीरिक इंसान ਜਿਹੜਾ ਹੈਗਾ ਉਹ ਮਰ ਜਾਏਗਾ ਬਿਨਾਂ ਕਿਸੇ ਆਸ਼ਾ ਦੇ। Then face judgment before the King of Kings. और फिर राजाओं ਦੇ ਰਾਜਾ ਦੇ ਸਾਹਮਣੇ ਜਿਹੜਾ ਹੈਗਾ न्याय ਹੋਏਗਾ। It is going to be a time of total despair. ਉਸ ਵੇਲੇ ਜਿਹੜਾ ਹੈਗਾ ਬਹੁਤ ਹੀ ਦੁੱਖ ਦਾ ਸਮੇਂ ਹੋਏਗਾ। Just imagine all our relatives, our friends, the people we know, the people whom we love, standing before this King of Kings without any answer, without any defense, without the Lord Jesus next to them defending them. ਇਹੀ ਚੀਜ਼ ਵਿਚਾਰ ਕਰਕੇ ਦੇਖੋ ਕਿ ਸਾਡੇ ਜਿੰਨੇ ਰਿਸ਼ਤੇਦਾਰ ਹੈਗੇ ਦੋਸਤ ਹੈਗੇ ਜਿਨ੍ਹਾਂ ਨਾਲ ਅਸੀਂ ਪ੍ਰੇਮ ਕਰਨੇ ਹੈਗੇ ਆ ਉਹ ਰਾਜਾਓਂ ਦੇ ਰਾਜਾ ਦੇ ਸਾਹਮਣੇ ਖੜੇ ਹੋਣਗੇ ਔਰ ਆਪਣੇ ਸਾਹਮਣੇ ਜਿਹੜੇ ਉਹਨਾਂ ਦੇ ਸਾਹਮਣੇ ਕੁਝ ਨਹੀਂ ਕਹਿ ਪਾਣਗੇ। They may be our children. ਹੋ ਸਕਦਾ ਸਾਡੇ ਬੱਚੇ ਹੋਣ। They may be our parents. ਮਾਤਾ ਪਿਤਾ। They may be our brothers and sisters. ਭੈਣ ਭਰਾ। Maybe a husband. ਹੋ ਸਕਦਾ ਪਤੀ। Maybe a wife. ਜਾਂ ਪਤਨੀ। Imagine what will happen. ਵਿਚਾਰੋ ਕੀ ਹੋਏਗਾ। They will tell. They will look towards you and say, you knew Christ, you did not make another effort to tell Christ to me. ਤੁਸੀਂ ਜਿਹੜਾ ਹੈਗਾ ਉਹ ਤੁਹਾਨੂੰ ਦੇਖ ਕੇ ਕਹਿਣਗੇ ਕਿ ਤੁਹਾਨੂੰ ਪਤਾ ਹੈਗਾ ਸੀ ਪ੍ਰਭੂ ਯਿਸੂ ਕੌਣ ਹੈ ਲੇਕਿਨ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸਾਨੂੰ ਸਮਝਾਉਣ ਦੀ। Maybe we didn't pursue God enough for them to be their eyes to be opened. ਹੋ ਸਕਦਾ ਅਸੀਂ ਜਿਹੜਾ ਹੈਗਾ ਪਰਮੇਸ਼ਰ ਦੇ ਪਿੱਛੇ ਨਹੀਂ ਪੜੇ ਕਿ ਵੀ ਉਹਨਾਂ ਦੀ ਅੱਖਾਂ ਖੋਲਣ ਸਾਡੇ। Think about it. ਸੋਚੋ ਉਹਦੇ ਬਾਰੇ। The second category of the Bible is the carnal man. ਦੂਜੇ ਤਰ੍ਹਾਂ ਦਾ ਇਨਸਾਨ ਹੈਗਾ ਜਿਹੜਾ ਕਾਰਨਲ ਇਨਸਾਨ ਕਿਹਾ ਗਿਆ। You know, Paul uses the Greek word sarkikos. ਪੌਲਸ ਨੇ ਜਿਹੜਾ ਹੈਗਾ ਯੂਨਾਨੀ ਭਾਸ਼ਾ ਸਾਰਕਿਕੋਸ ਦਾ ਇਸਤੇਮਾਲ ਕੀਤਾ ਹੈਗਾ। Paul says 1 Corinthians 3:1. ਪਹਿਲੇ ਕੁਰਿੰਥੀਓ 3:1 ਦੇ ਅੰਦਰ ਪੌਲਸ ਨੇ ਕਿਹਾ, And I, brethren, could not speak unto you as unto spiritual, but as unto carnal, even as unto babes in Christ. हे भाइयों, मैं तुमसे इस रीति से बात ना कर सका जैसे आत्मिक लोगों से, परंतु जैसे शारीरिक लोगों से और उनसे जो मसीह में बालक हैं। This type of person is saved but not changed. इस तरह ਦੇ ਇਨਸਾਨ ਜਿਹੜੇ ਹੈਗੇ ਬਚਤੇ ਗਏ ਹੈਗੇ ਲੇਕਿਨ ਬਦਲਾਵ ਨਹੀਂ ਆਇਆ। He or she never grows in the Lord. ਉਹ ਜਿਹੜਾ ਹੈਗਾ ਪਰਮੇਸ਼ਵਰ ਦੇ ਅੰਦਰ ਜਿਹੜਾ ਹੈਗਾ ਅੱਗੇ ਨਹੀਂ ਵੱਧਦਾ। He is always being defeated by the flesh. ਉਹ ਸਰੀਰਿਕ ਵਾਸਨਾਵਾਂ ਦੇ ਨਾਲ ਹਮੇਸ਼ਾ ਹੀ ਜਿਹੜਾ ਹੈਗਾ ਉਹ ਹਾਰ ਜਾਂਦਾ ਹੈ। Defeated by the world. ਦੁਨੀਆ ਤੋਂ ਜਿਹੜਾ ਹਾਰ ਜਾਂਦਾ ਹੈ। Compromising is what is the term. Compromising with the world and with the devil. ਕਿ ਉਹ ਜਿਹੜਾ ਹੈਗਾ ਸ਼ੈਤਾਨ ਦੇ ਨਾਲ ਔਰ ਦੁਨੀਆ ਦੇ ਸਿਸਟਮ ਦੇ ਨਾਲ ਜਿਹੜਾ ਕੰਪਰੋਮਾਈਜ਼ ਕਰ ਲੈਂਦਾ। Sadly, it is possible for Christians to be carnal. ਕਿ ਦੁੱਖ ਦੀ ਗੱਲ ਹੈਗੀ ਕਿ ਮਸੀਹ ਲੋਕ ਜਿਹੜਾ ਹੈਗਾ ਇਸ ਤਰ੍ਹਾਂ ਦੇ ਹੋ ਸਕਦੇ। A carnal Christian is flesh motivated instead of being spirit motivated. ਇੱਕ ਕਾਰਨਲ ਮਸੀਹ ਜਿਹੜਾ ਹੈਗਾ ਉਹ ਸਰੀਰਿਕ ਵਾਸਨਾਵਾਂ ਤੋਂ ਜਿਹੜਾ ਹੈਗਾ ਉਤੇਜਿਤ ਹੋ ਕੇ ਕੰਮ ਕਰਦਾ ਹੈਗਾ, ਰੂਹ ਤੋਂ ਨਹੀਂ। He or she becomes dependent. ਉਹ ਜਿਹੜਾ ਹੈਗਾ ਕਿਸੇ ਤੇ ਨਿਰਭਰ ਹੋ ਜਾਂਦਾ ਹੈਗਾ। Cannot take meat. ਉਹ ਜਿਹੜਾ ਹੈਗਾ ਮੀਟ ਨਹੀਂ ਖਾ ਸਕਦਾ। 1 Corinthians 3:2 Paul says. ਪਹਿਲੇ ਕੁਰਿੰਥੀਓ 3:2 ਚ ਲਿਖਿਆ। He describes the first characteristic of a carnal Christian. ਇੱਕ ਜਿਹੜਾ ਹੈਗਾ ਸਰੀਰਿਕ ਇਨਸਾਨ ਜਿਹੜਾ ਹੈਗਾ ਉਹਦਾ ਪਹਿਲਾ ਕੈਰੈਕਟਰਿਸਟਿਕ ਦੱਸਿਆ। Dependent. ਕਿ ਕਿਸੇ ਤੇ ਨਿਰਭਰ। I have fed you with milk and not with meat, for hitherto ye were not able to bear it, neither yet now are ye able. मैंने तुम्हें दूध पिलाया, अन्न ना खिलाया, क्योंकि तुम उसको ना खा सकते, वरन अब तक भी नहीं खा सकते हो। The carnal Christian is totally dependent on others for spiritual nourishment because he or she cannot learn themselves and they need to be taught always. ਇੱਕ ਕਾਰਨਲ ਮਸੀਹ ਜਿਹੜਾ ਹੈਗਾ ਉਹ ਨਿਰਭਰ ਰਹਿੰਦਾ ਹੈਗਾ ਦੂਜੇ ਮਸੀਹਾਂ ਦੇ ਉੱਤੇ ਕਿ ਉਹਨੂੰ ਕਿਸੇ ਤਰ੍ਹਾਂ ਪੌਸ਼ਟਿਕ ਰੂਹਾਨੀ ਭੋਜਨ ਪ੍ਰਾਪਤ ਹੋਵੇ। Sorry for the long sentence, but I could not put the thought in shorter sentence. Thank you, Brother Sanjeev. You see, they always have the need for somebody to teach them. ਉਹਨਾਂ ਨੂੰ ਹਮੇਸ਼ਾ ਲੋੜ ਪੈਂਦੀ ਹੈਗੀ ਕਿ ਕੋਈ ਨਾ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿੱਖਿਆ ਦੇਵੇ। Because when they read God's word, they don't learn anything.
ਪਰਮੇਸ਼ਰ ਦਾ ਵਚਨ ਜੋ ਪੜ੍ਹਦੇ ਹੈਗੇ ਤੇ ਕੁਝ ਨਹੀਂ ਸਿੱਖਦੇ। You see, Hebrews 5 describes them. Hebrews 5, 12 and 13. ਇਬਰਾਨੀਓ 5 12 ਤੋਂ 13 ਦੇ ਅੰਦਰ ਜਿਹੜਾ ਹੈਗਾ ਵਰਣਨ ਕੀਤਾ। For when for the time ye ought to be teachers, ye have need that one to teach you again, which we be the first principles of the oracles of God, and are become such as have need of milk and not strong meat. For everyone that useth milk is unskillful in the word of righteousness, for he is a babe. समय के विचार से तो तुम्हें गुरु हो जाना चाहिए था, तो भी क्या यह आवश्यक है कि कोई तुम्हें परमेश्वर के वचनों की आदि शिक्षा फिर से सिखाए, और ऐसे हो गए हो कि तुम्हें अन्न के बदले अब तक दूध ही चाहिए, क्योंकि दूध पीने वाले बच्चे को तो धर्म के वचन की पहचान नहीं होती, क्योंकि वह बालक है। He or she cannot serve, but must always be served. ਉਹ ਜਿਹੜਾ ਹੈਗਾ ਕਿਸੇ ਦੀ ਜਿਹੜਾ ਹੈਗਾ ਸਰਵ ਨਹੀਂ ਕਰ ਸਕਦਾ ਹੈਗਾ, ਲੇਕਿਨ ਹਮੇਸ਼ਾ ਉਹਨੂੰ ਜਿਹੜਾ ਹੈਗਾ ਲੋੜ ਪੈਂਦੀ ਕਿਸੇ ਲੋਕਾਂ ਦੀ। He or she cannot glean the truth from the word of God, but must be fed, spoon fed every time. ਪਰਮੇਸ਼ਵਰ ਦੇ ਵਚਨ ਤੋਂ ਜਿਹੜਾ ਹੈਗਾ ਉਹ ਬਟੋਰ ਨਹੀਂ ਸਕਦਾ ਹੈਗਾ ਕਿ ਕੀ ਸਮਝ ਬੁੱਝ ਦੀਆਂ ਚੀਜ਼ਾਂ ਹੈਗੀਆਂ, ਲੇਕਿਨ ਉਹਨੂੰ ਸਿਖਾਉਣ ਦੀ ਲੋੜ ਪੈਂਦੀ ਹਮੇਸ਼ਾ। This Christian is helpless. ਇਹ ਇਨਸਾਨ ਇਹ ਮਸੀਹ ਜਿਹੜਾ ਹੈਗਾ ਬਿਨਾਂ ਕਿਸੇ ਮਦਦ ਦੇ ਆ। Imagine a baby. ਸੋਚੋ ਕਿ ਛੋਟਾ ਬੱਚਾ। That is what this Christian is. ਇਸ ਤਰ੍ਹਾਂ ਮਸੀਹ ਹੈਗਾ ਇਹ। You see, when the baby is born, there is great rejoicing. ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈਗਾ ਤੇ ਬੜੀ ਹਰਸ਼ ਉਲਾਸ ਹੁੰਦਾ ਹੈਗਾ। Everybody comes to know. ਹਰ ਕਿਸੇ ਨੂੰ ਪਤਾ ਚੱਲਦਾ। People will give presents. ਲੋਕੀ ਜਿਹੜਾ ਹੈਗਾ ਪ੍ਰੈਜ਼ੈਂਟ ਲਿਆਉਂਦੇ। There is joy. ਬੜਾ ਖੁਸ਼ ਹੁੰਦਾ। But if after 1 year the child has not grown and still remains a baby, will there be joy? ਜੇ 1 ਸਾਲ ਦੇ ਬਾਅਦ ਵੀ ਬੱਚਾ ਛੋਟਾ ਰਹੇ ਤੇ ਕੀ ਹਰਸ਼ ਹੋਏਗਾ? Hello? Please interact. No? You sure? But that's what this Christian does. ਲੇਕਿਨ ਇਹ ਮਸੀਹ ਇਸ ਤਰ੍ਹਾਂ ਹੀ ਕਰਦਾ ਹੈਗਾ। A carnal Christian is not growing. ਇੱਕ ਕਾਰਨਲ ਮਸੀਹ ਜਿਹੜਾ ਹੈਗਾ ਉਹ ਵੱਧਦਾ ਨਹੀਂ ਪਿਆ। Always wants milk. ਹਮੇਸ਼ਾ ਦੁੱਧ ਦੀ ਲੋੜ ਹੁੰਦੀ ਹੈ। Everything has to be taught in ABCDs, not in the real meat stuff. ਹਰ ਇੱਕ ਚੀਜ਼ ਜਿਹੜੀ ਹੈਗੀ ਸ਼ੁਰੂਆਤ ਤੋਂ ਸਿਖਾਣੀ ਪੈਂਦੀ ਹੈਗੀ ਹੈ, ਅਸਲ ਨਹੀਂ ਸਿੱਖਦਾ। Hard food is difficult to digest. ਕਠੋਰ ਖਾਣਾ ਜਿਹੜਾ ਹੈਗਾ ਉਹਨੂੰ ਪਚਣਾ ਮੁਸ਼ਕਿਲ ਹੁੰਦਾ ਹੈ। The Corinthian church was like that. ਕੋਰਿੰਥੀਆ ਕਲੀਸਿਆ ਇਸ ਤਰ੍ਹਾਂ ਸੀ। Full of babies. ਬੱਚੇ ਹੀ ਪੈਦਾ ਹੋਏ ਸੀ ਉੱਥੇ। Paul says he could not give them deeper truths. ਪੌਲਸ ਕਹਿੰਦਾ ਹੈਗਾ ਕਿ ਗੂੜੇ ਰਹੱਸ ਜੋ ਹੈ ਮੈਂ ਨਹੀਂ ਉਹਨਾਂ ਨੂੰ ਸਮਝਾ ਸਕਦਾ। The hard meat of the word of God he could not give. ਕਿ ਪਰਮੇਸ਼ਵਰ ਦੇ ਵਚਨ ਦਾ ਜਿਹੜਾ ਮੀਟ ਹੈਗਾ ਉਹ ਨਹੀਂ ਦੇ ਸਕਦਾ ਮੈਂ। The carnal Christian is so occupied with himself or herself. ਸਰੀਰਿਕ ਮਸੀਹੀ ਜਿਹੜਾ ਹੈਗਾ ਉਹ ਆਪਣੇ ਨਾਲ ਆਪਣੇ ਬਾਰੇ ਸੋਚਦਾ ਰਹਿੰਦਾ ਸਾਰਾ ਦਿਨ। They cannot be of use to anyone else. ਕਿਸੇ ਹੋਰ ਬੰਦੇ ਵਾਸਤੇ ਜਿਹੜਾ ਹੈਗਾ ਇਸਤੇਮਾਲ ਨਹੀਂ ਆ ਸਕਦਾ। Carnal Christians expect to be fed and led by the hand. ਸਰੀਰਿਕ ਮਸੀਹ ਜਿਹੜਾ ਹੈਗਾ ਉਹਨੂੰ ਹੁੰਦਾ ਹੈ ਕਿ ਹਾਂ ਵੀ ਮੇਰਾ ਹੱਥ ਫੜ ਕੇ ਲੈ ਚੱਲੋ। They are more interested in how others are doing than in themselves. ਉਹਨਾਂ ਨੂੰ ਇਹ ਚੀਜ਼ ਜ਼ਿਆਦਾ ਦਿਲਚਸਪੀ ਲੱਗਦੀ ਹੈਗੀ ਕਿ ਹਾਂ ਵੀ ਬਾਕੀ ਲੋਕ ਕਿਸ ਤਰ੍ਹਾਂ ਕਰਦੇ ਪਏ। Prayer, Bible reading, such things don't exist in their lives. ਪ੍ਰਾਰਥਨਾ ਔਰ ਬਾਈਬਲ ਦਾ ਪੜ੍ਹਨਾ ਜਿਹੜਾ ਹੈਗਾ ਉਹਨਾਂ ਦੇ ਜੀਵਨ 'ਚ ਨਹੀਂ ਹੁੰਦਾ। Paul continues in the first chapter, 1 Corinthians 3rd chapter. ਪਹਿਲੇ ਕੋਰਿੰਥੀਓ 3 ਅਧਿਆਇ ਦੇ ਅੰਦਰ ਪੌਲਸ ਅੱਗੇ ਕਹਿੰਦਾ ਹੈ 1 Corinthians 3:3. ਪਹਿਲੇ ਕੋਰਿੰਥੀਓ 3:3 He brings out the characteristics of these carnal Christians. ਉਹ ਦਿਖਾਉਂਦਾ ਹੈਗਾ ਕਿ ਇਹੋ ਜਿਹੇ ਸਰੀਰਿਕ ਮਸੀਹ ਜਿਹੜੇ ਹੈਗੇ ਉਹ ਕੀ ਕਰਦੇ ਹੈਗੇ। For ye are yet carnal, for whereas there is among you envying, strife, divisions, are ye not carnal and walk as men? Envying, strife, divisions. क्योंकि अब तक शारीरिक हो, इसलिए कि जब तुम में डाह और झगड़ा है तो क्या तुम शारीरिक नहीं और मनुष्य की रीति पर नहीं चलते? It is slowly the trend has moved that into an acceptable atmosphere where carnal Christianity has become the way of life of the church. ਧੀਰੇ ਧੀਰੇ ਜਿਹੜਾ ਹੈਗਾ ਕਲੀਸਿਆ ਦੇ ਅੰਦਰ ਇਹ ਚੀਜ਼ ਉਤਰ ਆਈ ਹੈਗੀ ਹੈ ਕਿ ਕਾਰਨਲ ਮਸੀਹੀ ਜਿਹੜਾ ਹੈਗਾ ਲੱਗਦਾ ਹੈ ਕਿ ਹਾਂ ਵੀ ਠੀਕ ਹੈ ਚੱਲਦਾ ਹੈਗਾ। So the first thing about these carnal Christians is they are babies. They cannot take the meat of the word of God. ਪਹਿਲੀ ਚੀਜ਼ ਜਿਹੜੀ ਹੈਗੀ ਹੈ ਸਰੀਰਿਕ ਮਸੀਹ ਦੀ ਇਹ ਹੈਗੀ ਹੈ ਕਿ ਉਹ ਛੋਟੇ ਸ਼ਿਸ਼ੂ ਵਾਕਨ ਹੈਗੇ ਨੇ ਕਿ ਉਹ ਮੀਟ ਨਹੀਂ ਖਾ ਸਕਦੇ। The second characteristic of the carnal Christian is envying, as we saw in the word of God. ਅਸੀਂ ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਦੇਖਿਆ। ਦੂਜੀ ਚੀਜ਼ ਇਹ ਹੈਗੀ ਹੈ ਕਿ ਉਹ ਈਰਸ਼ਾ ਕਰਦੇ ਹੈਗੇ। The carnal Christians tend to envy.
ਇੱਕ ਜਿਹੜੇ ਸਰੀਰਕ ਮਸੀਹ ਹੁੰਦੇ ਹੈਗੇ ਉਹ ਈਰਸ਼ਾ ਕਰਦੇ ਹੈਗੇ। Sometimes these words we accept, but we forget the meaning of these words. ਕਈ ਵਾਰ ਜਿਹੜਾ ਹੈਗਾ ਅਸੀਂ ਲੈ ਲੈਂਦੇ ਹੈਗੇ ਲਫ਼ਜ਼ ਨੂੰ, ਲੇਕਿਨ ਉਹਦਾ ਅਰਥ ਨਹੀਂ ਸੋਚਦੇ। What does it mean to be envying? ਇਹਦਾ ਕੀ ਅਰਥ ਹੋਇਆ ਕਿ ਈਰਸ਼ਾ ਕਰਦੇ ਆ? Envying is not jealousy, so you know. ਈਰਸ਼ਾ ਜਿਹੜੀ ਹੈ ਜੈਲਸੀ ਨਹੀਂ ਹੈਗੀ। So what is envy? ਕਿ ਐਨਵੀ ਕੀ ਹੁੰਦਾ? Painful or resentful awareness of an advantage enjoyed by another, joined with a desire to possess the same advantage. ਵੀ ਕਿਸੇ ਹੋਰ ਦੇ ਨਾਲ ਕੋਈ ਅੱਛੀ ਚੀਜ਼ ਹੁੰਦੀ ਪਈ ਹੈਗੀ ਹੈ ਤੇ ਉਹਦੇ ਨਾਲ ਤੁਹਾਨੂੰ ਦੁੱਖ ਹੁੰਦਾ ਪਿਆ ਹੈ ਔਰ ਤੁਸੀਂ ਇਹ ਈਰਸ਼ਾ ਕਰਦੇ ਪਏ ਹੋ, ਹਾਂ ਵੀ ਮੇਰੇ ਕੋਲ ਹੋਣੀ ਚਾਹੀਦੀ ਹੈ ਚੀਜ਼। This is well, envy. I don't know if you saw Three Idiots movie. It says that when friends achieve something, you feel a pain in the heart. ਇੱਕ 3 Idiots ਮੂਵੀ ਦੇ ਅੰਦਰ ਜਿਹੜਾ ਹੈਗਾ ਇਸ ਤਰ੍ਹਾਂ ਕਿਹਾ ਹੋਇਆ ਹੈ ਕਿ ਕੋਈ ਕਿਸੇ ਮੁਕਾਮ ਤੇ ਦੋਸਤ ਪਹੁੰਚ ਜਾਂਦਾ ਹੈਗਾ ਤੇ ਤੁਹਾਡੇ ਦਿਲ ਨੂੰ ਜਿਹੜਾ ਹੈਗਾ ਕੁਝ ਠਕਠੋਰ ਜੀ ਹੁੰਦੀ ਹੈਗੀ। This is a common sickness among believers today. ਵਿਸ਼ਵਾਸੀਆਂ ਦੇ ਅੰਦਰ ਇਹ ਬਿਮਾਰੀ ਬੜੀ ਕਾਮਨ ਹੋ ਗਈ ਹੈ। Someone doesn't talk, they get offended. ਕੋਈ ਗੱਲ ਨਹੀਂ ਕਰਦਾ ਤੇ ਉਹ ਬੁਰਾ ਮੰਨ ਜਾਂਦਾ। Someone says some remark, they get offended. ਕਿਸੇ ਨੇ ਕੁਝ ਕਿਹਾ ਤੇ ਬੁਰਾ ਮੰਨ ਜਾਂਦੇ। And someone has success, they outside they are happy, but inside they are not happy. ਕੋਈ ਸਫਲ ਹੁੰਦਾ ਹੈਗਾ ਤੇ ਉਹਨੂੰ ਦੇਖ ਕੇ ਬਾਹਰੀ ਰੂਪਾਂ ਨਾਲ ਤੁਸੀਂ ਖੁਸ਼ ਦਿਖਾ ਦਿੰਦੇ ਹੈਗੇ, ਲੇਕਿਨ ਅੰਦਰੋਂ ਖਰਾਬ ਲੱਗਦਾ। Someone get a better prophecy, then they get offended. ਕਿਸੇ ਨੂੰ ਹੋਰ ਜਿਹੜਾ ਹੈਗਾ ਭਵਿੱਖਵਕਤਾ ਅੱਛੀ ਗੱਲ ਕਹਿ ਦਿੰਦਾ ਹੈਗਾ ਤੇ ਉਹਦੇ ਨਾਲ ਬੁਰਾ ਮੰਨ ਜਾਂਦੇ। Petty things people get offended. ਛੋਟੀ ਚੀਜ਼ਾਂ ਦੇ ਉੱਤੇ ਬੁਰਾ ਮੰਨ ਜਾਂਦੇ। Childish behavior. ਬੱਚੇ ਵਾਕਨ। It's a great example of a carnal Christian. ਇਹ ਵੱਡਾ ਉਦਾਹਰਣ ਹੈਗਾ ਹੈ ਕਿ ਸਰੀਰਕ ਮਸੀਹ ਦਾ। James 3:16 the Bible says. ਜੇਮਸ 3:16 ਚ ਲਿਖਿਆ ਹੈ। Where there is envying, for where envying and strife is, there is confusion and every evil work. इसलिए कि जहाँ डा और विरोध होता है वहाँ बखेड़ा और हर प्रकार के दुष्कर्म भी होता है। A small word, a joke or an argument which is perceived wrong gets the carnal Christian all riled up and offended. थोड़े जे लफज हो गए या कोई किसी ने लतीफ़ा बोल दिता ते ओदे नाल ही बुरा मान जांदे हैगे। And it is called, I call it the sickness of envying. मैं इनू जड़ा हैगा एनविंग दी बीमारी कहना। And it takes the pastor long process to get this out of the system. और पादरी ਨੂੰ ਜਿਹੜਾ ਹੈਗਾ ਬੜੇ ਮੁਸ਼ੱਕਤ ਕਰਕੇ ਜਿਹੜਾ ਹੈਗਾ ਇਹ ਚੀਜ਼ ਸਿਸਟਮ ਤੋਂ ਬਾਹਰ ਕੱਢਣੀ ਪੈਂਦੀ ਹੈ। They easier to get offended than to receive the word of God. ਲੋਕੀ ਜਿਹੜਾ ਹੈਗਾ ਬੁਰਾ ਮੰਨਦੇ ਬੜੇ ਆਸਾਨੀ ਨਾਲ ਹੈਗੇ, ਲੇਕਿਨ ਪਰਮੇਸ਼ਰ ਦੇ ਵਚਨ ਨੂੰ ਜਿਹੜਾ ਹੈਗਾ ਨਹੀਂ ਲੈਂਦੇ। A carnal Christian cannot retain God's word. शारीरिक मसीह ਜਿਹੜਾ ਹੈਗਾ ਉਹ ਪਰਮੇਸ਼ਵਰ ਦੇ ਵਚਨ ਨੂੰ ਫੜ ਕੇ ਨਹੀਂ ਰੱਖ ਸਕਦਾ। It is like the seed of the word falling among thorny ground. ਇਹ ਹੈ ਜਿਸ ਤਰ੍ਹਾਂ ਬੀਜ ਜਿਹੜਾ ਹੈਗਾ ਕੰਡਿਆਂ ਦੇ ਵਿੱਚ ਗਿਰਿਆ। It is water on the stone. ਜਿਸ ਤਰ੍ਹਾਂ ਪੱਥਰ ਦੇ ਉੱਤੇ ਗਿਰਿਆ। It drains away, but it doesn't make a change. ਪਾਣੀ ਜਿਹੜਾ ਹੈਗਾ ਉਹਨੂੰ ਬਹਾ ਲਿਆ ਜਾਂਦਾ ਹੈਗਾ, ਉਹਦੇ ਉੱਤੇ ਕੋਈ ਫਰਕ ਨਹੀਂ ਪੈਂਦਾ। A carnal Christian is always filled with himself or herself. ਇੱਕ ਸਰੀਰਕ ਮਸੀਹ ਜਿਹੜਾ ਹੈਗਾ ਉਹ ਭਰਿਆ ਰਹਿੰਦਾ ਹੈ ਆਪਣੇ ਵਿਚਾਰਾਂ ਦੇ ਨਾਲ। They are easily offended. ਉਹ ਬੜੇ ਆਸਾਨੀ ਨਾਲ ਬੁਰਾ ਮੰਨ ਲੈਂਦੇ। They always put themselves first before God. ਹਮੇਸ਼ਾ ਜਿਹੜਾ ਹੈਗਾ ਆਪਣੇ ਆਪ ਨੂੰ ਪਹਿਲਾਂ ਰੱਖਦੇ ਹੈਗੇ ਪਰਮੇਸ਼ਵਰ ਤੋਂ ਵੀ। You see, the carnal Christian gets a satisfaction in enjoying the envy. ਜਿਹੜੇ ਸਰੀਰਕ ਮਸੀਹ ਹੁੰਦੇ ਹੈਗੇ ਉਹਨਾਂ ਨੂੰ ਮਜ਼ਾ ਆਉਂਦਾ ਹੈਗਾ ਈਰਸ਼ਾ ਕਰਕੇ। Bible says, Galatians 5:26. ਗਲਾਤੀਓਂ 5:26 ਚ ਲਿਖਿਆ, Let us not be desirous of vain glory, provoking one another, envying one another. हम घमंडी होकर ना एक दूसरे को छेड़ें और ना एक दूसरे से डाह करें। The third characteristic of a carnal Christian is strife. ਇੱਕ ਜਿਹੜਾ ਕਰੈਕਟਰਿਸਟ ਹੈਗਾ ਸਰੀਰਕ ਮਸੀਹ ਦਾ ਉਹ ਹੈਗਾ ਕਿ ਝਗੜਦੇ ਨੇ। This is another sickness of Christians. ਇੱਕ ਹੋਰ ਬਿਮਾਰੀ ਹੈਗੀ ਮਸੀਹਾਂ ਦੀ। Proverbs 28:25. ਨੀਤੀ ਵਚਨ 28:25। He that is of a proud heart stirreth up strife, but he that putteth his trust in the Lord shall be made fat. लालची मनुष्य झगड़ा मचाता है और जो यहोवा पर भरोसा रखता है वह हृष्ट पुष्ट हो जाता है। You see, the Bible clearly says, not only in this place but many places, that strife almost every time comes out of pride. ਬਾਈਬਲ ਦੇ ਅੰਦਰ ਬੜੀ ਥਾਵਾਂ ਦੇ ਉੱਤੇ ਲਿਖਿਆ ਹੈਗਾ ਕਿ ਸਪਸ਼ਟ ਰੂਪ ਦੇ ਅੰਦਰ
ਕਿ ਇਹ ਜੀ ਝਗੜਾਪਨ ਜਿਹੜਾ ਹੁੰਦਾ ਹੈ ਤਾਂ ਆਉਂਦਾ ਹੈਗਾ ਕਿਉਂਕਿ ਲੋਕ ਅਹੰਕਾਰ ਕਰਦੇ ਆ। Pride comes in all forms. ਅਹੰਕਾਰ ਜਿਹੜਾ ਹੈਗਾ ਵੱਖਰੇ ਵੱਖਰੇ ਰੂਪਾਂ 'ਚ ਆਉਂਦੀ ਹੈ। If we compare it to the worldly standard, you may think some of the proud people are very godly. ਜੇ ਅਸੀਂ ਦੁਨਿਆਵੀ ਸਤਰ ਦੇ ਨਾਲ ਜਿਹੜਾ ਹੈਗਾ ਉਹਨੂੰ ਦੇਖੀਏ ਤੇ ਤੁਹਾਨੂੰ ਲੱਗੇਗਾ ਕਿ ਹਾਂ ਵੀ ਲੋਕ ਬੜੇ ਜਿਹੜੇ ਹੈਗੇ ਧਰਮੀ ਹੈਗੇ। Pride shows up in many different places. ਅਹੰਕਾਰ ਜਿਹੜਾ ਹੈਗਾ ਬੜੀਆਂ ਥਾਵਾਂ ਦੇ ਉੱਤੇ ਆਪਣਾ ਚਿਹਰਾ ਉੱਪਰ ਉਠਾਉਂਦੀਆਂ। Some carnal Christians create strife without being involved in it. ਕਈ ਜਿਹੜੇ ਹੈਗੇ ਮਸੀਹੀ ਜਿਹੜੇ ਸਰੀਰਿਕ ਹੁੰਦੇ ਰੂਪ ਨਾਲ ਹੁੰਦੇ ਹੈਗੇ ਉਹ ਲੜਾਈ ਸ਼ੁਰੂ ਕਰਾ ਦਿੰਦੇ, ਖੁਦ ਵੀ ਨਹੀਂ ਹੁੰਦੇ ਵਿੱਚ। They will put the fight and sit back and watch. ਲੜਾਈ ਜਿਹੜਾ ਹੈਗਾ ਸ਼ੁਰੂ ਕਰ ਦਿੰਦੇ ਹੈਗੇ ਔਰ ਬੈਠ ਕੇ ਦੇਖਦੇ ਰਹਿੰਦੇ। Silly, immature people. ਇਹ ਲੋਕ ਜਿਹੜੇ ਹੈਗੇ ਮਾਨਸਿਕ ਰੂਪ ਨਾਲ ਜਿਹੜੇ ਹੈਗੇ ਮੈਚੁਰ ਨਹੀਂ ਹੁੰਦੇ। Many churches have been ruined by strife. ਬੜੀਆਂ ਕਲੀਸਿਆਂ ਜਿਹੜੀਆਂ ਹੈਗੀਆਂ ਬਰਬਾਦ ਹੋ ਗਈਆਂ ਹੈਗੀਆਂ ਲੜਾਈ ਝਗੜੇ ਦੇ ਕਾਰਨ। A carnal Christian cannot pray peacefully because his mind is filled with offenses. ਇੱਕ ਸਰੀਰਿਕ ਮਸੀਹ ਜਿਹੜਾ ਹੈਗਾ ਉਹ ਸ਼ਾਂਤੀ ਦੇ ਨਾਲ ਪ੍ਰਾਰਥਨਾ ਨਹੀਂ ਕਰ ਸਕਦਾ ਕਿਉਂਕਿ ਦਿਮਾਗ ਭਰਿਆ ਹੋਇਆ ਹੈ ਗਲਤ ਵਿਚਾਰਾਂ ਨਾਲ। They want justification for every wrong. ਹਰ ਗਲਤ ਚੀਜ਼ ਦਾ ਜਿਹੜਾ ਹੈਗਾ ਉਹਨਾਂ ਨੂੰ ਚਾਹੀਦਾ ਹੈ ਕੋਈ ਰਾਹ ਬਾਹਰ ਨਿਕਲ ਜਾਏ। They have a great desire to justify their position. ਉਹਨਾਂ ਨੂੰ ਬੜੀ ਇੱਛਾ ਹੁੰਦੀ ਹੈਗੀ ਹੈ ਕਿ ਆਪਣੀ ਜੋ ਚੀਜ਼ ਉਹਨਾਂ ਨੇ ਗਲਤ ਕੀਤੀਆਂ ਹੈਗੀਆਂ ਕਿਸੇ ਤਰ੍ਹਾਂ ਰਾਹ ਬਾਹਰ ਨਿਕਲ ਜਾਏ। They think that everything has to meet their own standard. ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਦਾ ਜਿਹੜਾ ਸਤਰ ਹੈਗਾ ਉਹਦੇ ਤੇ ਹੀ ਸਾਰੀ ਚੀਜ਼ਾਂ ਹੋਣ। They create strife. ਉਹ ਝਗੜਾ ਉਤਪੰਨ ਕਰਦੇ। The fourth characteristic of a carnal Christian is division. ਚੌਥੀ ਚੀਜ਼ ਜਿਹੜੀ ਹੈਗੀ ਹੈ ਇੱਕ ਸਰੀਰਿਕ ਮਸੀਹ ਦੀ ਹੈਗੀ ਹੈ ਕਿ ਉਹ ਵਿਭਾਜਨ ਕਰਦੇ। A carnal Christian always causes division. ਇੱਕ ਸਰੀਰਿਕ ਮਸੀਹ ਜਿਹੜਾ ਹੁੰਦਾ ਹੈਗਾ ਉਹ ਹਮੇਸ਼ਾ ਵਿਭਾਜਨ ਕਰਦਾ ਹੈਗਾ। They try to gather people with their own point of view. ਉਹ ਇਹੋ ਜਿਹੇ ਲੋਕਾਂ ਨੂੰ ਇਕੱਠਾ ਕਰਦੇ ਜੋ ਜਿਨ੍ਹਾਂ ਦੇ ਵਿਚਾਰ ਉਹਨਾਂ ਦੇ ਨਾਲ ਮਿਲਦੇ ਨੇ। They twist their scriptures to prove their point. ਵਚਨ ਨੂੰ ਟੇੜਾ ਕਰਕੇ ਜਿਹੜਾ ਹੈਗਾ ਆਪਣੀ ਗੱਲ ਮਨਾਉਂਦੇ ਹੈਗੇ। Like Paul says that when he was just born again, he writes it in Romans 7:14, for we know the law is spiritual, but I am carnal, sold under sin. रोमियो 7:14 ਚ लिखा है क्योंकि हम जानते हैं कि व्यवस्था तो आत्मिक है परंतु मैं शारीरिक और पाप के हाथ बिका हुआ हूँ। The fifth thing about a carnal Christian is he or she lives a defeated life. ਸ਼ਰੀਕ ਮਸੀਹ ਦੀ ਪੰਜਵੀਂ ਚੀਜ਼ ਇਹੀ ਹੈ ਕਿ ਉਹਨਾਂ ਦਾ ਜੀਵਨ ਜਿਹੜਾ ਹੈਗਾ ਹਾਰੇ ਹੋਏ ਬੰਦੇ ਵਕਨ ਹੁੰਦਾ। Like what Paul says in Romans 7, he or she cannot walk spiritually. ਰੋਮੀਓ 7 ਦੇ ਅੰਦਰ ਜਿਸ ਤਰ੍ਹਾਂ ਕਿਹਾ ਹੈਗਾ ਕਿ ਰੂਹਾਨੀ ਰੂਪ ਨਾਲ ਜਿਹੜਾ ਹੈਗਾ ਉਹ ਜੀਵਨ ਬਤੀਤ ਨਹੀਂ ਕਰ ਸਕਦਾ। Constantly compromising with the world and with the devil. ਕਿ ਉਹ ਸ਼ੈਤਾਨ ਦੇ ਨਾਲ ਔਰ ਦੁਨੀਆ ਦੇ ਨਾਲ ਸਮਝੌਤਾ ਕਰਦਾ ਰਹਿੰਦਾ ਸਾਰੇ ਸਮੇਂ। They are unable to dress themselves up in the spiritual armor. ਉਹ ਜਿਹੜਾ ਹੈਗਾ ਆਪਣੇ ਆਪ ਨੂੰ ਰੂਹਾਨੀ ਕਵਚ ਦੇ ਨਾਲ ਜਿਹੜਾ ਹੈਗਾ ਨਹੀਂ ਤਿਆਰ ਕਰ ਸਕਦੇ। Some pieces are still missing. ਕੁਝ ਜਿਹੜੇ ਹੈਗੇ ਪੀਸ ਉਹਨਾਂ ਦੇ ਨਹੀਂ ਹੁੰਦੇ, ਗਵਾਏ ਹੁੰਦੇ। The ones he has, he or she doesn't know how to use it. ਜਿਹੜੇ ਵੀ ਕਵਚ ਦੇ ਚੀਜ਼ਾਂ ਉਹਨਾਂ ਕੋਲ ਹੈਗੀਆਂ ਉਹਨੂੰ ਇਸਤੇਮਾਲ ਕਰਨਾ ਨਹੀਂ ਆਉਂਦਾ। Because he is carnal. ਕਿਉਂਕਿ ਉਹ ਸਰੀਰਿਕ ਹੈਗੇ। He or she uses the worldly system to fight. ਉਹ ਜਿਹੜਾ ਹੈਗਾ ਦੁਨਿਆਵੀ ਸਿਸਟਮ ਨੂੰ ਜਿਹੜਾ ਹੈਗਾ ਇਸਤੇਮਾਲ ਕਰਦੇ ਹੈਗੇ ਲੜਨ ਵਾਸਤੇ। But the Bible warns. ਲੇਕਿਨ ਬਾਈਬਲ ਚੇਤਾਵਨੀ ਦਿੰਦਾ। 2 Corinthians 10:4. 2 ਕੋਰਿੰਥੀਆਂ 10:14 For the weapons of our warfare are not carnal but mighty through God to the pulling down of the strongholds. क्योंकि हम अपनी सीमा के बाहर अपने आप को बढ़ाना नहीं चाहते। Oh, is it 10:4? Did I put 14? Sorry. क्योंकि हमारे शस्त्र ਜਿਹੜੇ ਹੈਗੇ ਲੜਾਈ ਦੇ ਜਿਹੜੇ ਹੈਗੇ ਉਹ ਸ਼ਾਰੀਰਿਕ ਨਹੀਂ ਹੈਗੇ ਲੇਕਿਨ ਪਰਮੇਸ਼ਵਰ ਦੇ ਦੁਆਰਾ ਜਿਹੜਾ ਹੈਗਾ ਜੋ ਗੜਾਂ ਬਣੀਆਂ ਹੋਈਆਂ ਸਾਡੇ ਦਿਮਾਗ ਦੇ ਅੰਦਰ ਉਹਨਾਂ ਨੂੰ ਤੋੜਨ ਵਾਸਤੇ। The carnal Christian cannot work spiritually. ਸ਼ਾਰੀਰਿਕ ਮਸੀਹ ਜਿਹੜਾ ਹੈਗਾ ਉਹ ਰੂਹਾਨੀ ਰੂਪ ਨਾਲ ਕੰਮ ਨਹੀਂ ਕਰ ਸਕਦਾ। Doesn't win souls. ਉਹ ਰੂਹਾਂ ਨਹੀਂ ਜਿੱਤਦਾ। He doesn't get involved in the church activities. ਕਲੀਸਿਆ ਦੇ ਕੰਮਾਂ ਦੇ ਅੰਦਰ ਜਿਹੜਾ ਹੈਗਾ ਨਹੀਂ ਆਂਦਾ। Doesn't teach. ਸਿੱਖਿਆ ਨਹੀਂ ਦਿੰਦਾ। He or she always lives within that comfort zone. ਉਹ ਆਪਣੇ ਮਾਰਗਾਂ ਦੇ ਉੱਤੇ ਚੱਲਦੇ ਰਹਿੰਦੇ ਜਿੱਥੇ ਉਹਨਾਂ ਨੂੰ ਆਰਾਮ ਮਿਲਦਾ। He always wants somebody else to do the work. ਉਹ ਹਮੇਸ਼ਾ ਚਾਹੁੰਦੇ ਕਿ ਕੋਈ ਹੋਰ ਕੰਮ ਕਰੇ। You see, if you feel you are one of this, then I encourage you to submit to God and ask God to transform your life. ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਤੁਹਾਡਾ ਵਰਣਨ ਹੋ ਰਿਹਾ ਹੈਗਾ ਤੇ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਹੈਗਾ ਕਿ ਤੁਸੀਂ ਪਰਮੇਸ਼ਵਰ ਨੂੰ ਜਿਹੜਾ ਹੈਗਾ ਕਹੋ ਕਿ ਮੈਨੂੰ ਬਦਲਣ। Today is the time to throw off the works of the flesh.
ਅੱਜ ਦਿਨ ਹੈਗਾ ਤੁਹਾਡਾ ਕਿ ਸਰੀਰਕ ਵਾਸਨਾਵਾਂ ਦੇ ਕੰਮਾਂ ਨੂੰ ਜਿਹੜਾ ਹੈਗਾ ਤੁਸੀਂ ਛੱਡ ਦਿਓ, Get right with God. ਪਰਮੇਸ਼ਰ ਦੇ ਨਾਲ ਸੱਤ ਵਿੱਚ ਆਓ। The third category the Bible describes is the spiritual man. ਤੀਜੀ ਕੈਟੇਗਰੀ ਜਿਹੜੀ ਬਾਈਬਲ ਨੇ ਵਰਣਨ ਕਰਦੀ ਹੈਗੀ ਹੈ ਉਹ ਰੂਹਾਨੀ ਇਨਸਾਨ ਦੀ ਹੈ। Paul calls the spiritual man pneumatikos. ਪੌਲਸ ਨੇ ਜਿਹੜਾ ਹੈਗਾ ਨਿਊਮੈਟਿਕੋਸ ਲਫ਼ਜ਼ ਦਾ ਇਸਤੇਮਾਲ ਕੀਤਾ ਹੈਗਾ। You know that we get the word pneumatic from the Greek word air. Pneumatic, pneuma is air. ਜਿਹੜਾ ਯੂਨਾਨੀ ਭਾਸ਼ਾ ਦਾ ਲਫ਼ਜ਼ ਹੈਗਾ ਨਿਊਮਾ, ਉਹਨੂੰ ਹਵਾ ਕਿਹਾ ਗਿਆ ਹੈਗਾ। ਜਿੱਥੋਂ A spiritual man or a woman is living, growing, and a person with a vibrant relationship with God. ਇੱਕ ਰੂਹਾਨੀ ਇਨਸਾਨ ਜਿਹੜਾ ਹੈਗਾ ਉਹ ਵਾਧਾ ਪਿਆ ਹੈਗਾ ਔਰ ਉਹਦਾ ਜਿਹੜਾ ਨਾਤਾ ਹੈਗਾ ਪਰਮੇਸ਼ਰ ਦੇ ਨਾਲ ਉਹ ਹੋਰ ਸੁਦ੍ਰਿੜ ਹੁੰਦਾ ਜਾ ਰਿਹਾ। Not from a viewpoint of being religious or philosophical. ਇਹ ਨਹੀਂ ਕਿ ਵੀ ਹਾਂ ਵੀ ਬੜਾ ਧਾਰਮਿਕ ਬੰਦਾ ਪਿਆ ਹੈਗਾ ਉਹ। He or she lives with a God-given capacity inside out. ਉਹ ਜਿਹੜਾ ਹੈਗਾ ਪਰਮੇਸ਼ਵਰ ਦੀ ਦੀ ਹੋਈ ਜਿਹੜੀ ਸਾਮਰਥ ਹੈਗੀ ਹੈ ਉਹ ਅੰਦਰੋਂ ਬਾਹਰ ਨਿਕਲਦੀ ਹੈ। He or she is governed by the Lord Holy Spirit. ਪਵਿੱਤਰ ਆਤਮਾ ਦੇ ਅਧੀਨ ਹੋ ਕੇ ਚੱਲਦਾ ਹੈਗਾ ਬੰਦਾ। Reads the word daily to allow it to change his or her life. ਪਰਮੇਸ਼ਵਰ ਦਾ ਵਚਨ ਰੋਜ਼ਮਰਰਾ ਪੜ੍ਹਦਾ ਹੈਗਾ ਤਾਂ ਕਿ ਪਰਿਵਰਤਿਤ ਹੋ ਸਕੇ ਉਹਨਾਂ ਦੇ ਅਨੁਸਾਰ। Spends time in prayer before God so that he can be transformed. ਪਰਮੇਸ਼ਵਰ ਦੇ ਨਾਲ ਸਮੇਂ ਬਿਤਾਉਂਦਾ ਹੈਗਾ ਪ੍ਰਾਰਥਨਾ ਦੇ ਅੰਦਰ ਤਾਂ ਕਿ ਉਹ ਬਦਲਾਵ ਚ ਆਏ। The characteristic of a spiritual man is this. ਕਿ ਇੱਕ ਰੂਹਾਨੀ ਇਨਸਾਨ ਦਾ ਜਿਹੜਾ ਹੈਗਾ ਇਹ ਕਰੈਕਟਰਿਸਟਿਕ ਹੈਗਾ। Number 1, ਪਹਿਲਾ, walks after the spirit but not after the flesh. ਉਹ ਜਿਹੜਾ ਹੈਗਾ ਪਵਿੱਤਰ ਆਤਮਾ ਦੇ ਪਿੱਛੇ ਚੱਲਦਾ ਹੈਗਾ, ਰੂਹਾਨੀ ਸਰੀਰਕ ਵਾਸਨਾਵਾਂ ਦੇ ਪਿੱਛੇ ਨਹੀਂ। Romans 8:1. ਰੋਮੀਓ 8:1 Therefore, there is therefore now no condemnation to them which are in Christ Jesus, who walk not after the flesh but after the spirit. सो अब जो यीशु मसीह में हैं उन पर दंड की आज्ञा नहीं, क्योंकि वे शरीर के अनुसार नहीं वरन आत्मा के अनुसार चलते हैं। The transfer has to take place. ये बदलाव जड़ा है आना ज़रूरी है। After receiving Christ, we cannot continue in the old way. पर प्रभु यीशु ਨੂੰ ਜਿਹੜਾ ਹੈਗਾ ਅਪਣਾਉਣ ਦੇ ਬਾਅਦ ਜਿਹੜਾ ਹੈਗਾ ਅਸੀਂ ਪੁਰਾਣੇ ਮਾਰਗ ਦੇ ਉੱਤੇ ਨਹੀਂ ਚੱਲ ਸਕਦੇ। There has to be a change. ਇੱਕ ਬਦਲਾਵ ਆਣਾ ਜ਼ਰੂਰੀ ਹੈ। If there is no difference, we remain the carnal Christian. ਜੇ ਕੋਈ ਅੰਤਰ ਨਹੀਂ ਆਇਆ ਸਾਡੇ ਜੀਵਨ ਦੇ ਅੰਦਰ ਤੇ ਅਸੀਂ ਜਿਹੜਾ ਹੈਗਾ ਰੂਹਾਨੀ ਮਸੀਹ ਰਹਿ ਗਏ। You see the verse there, we cannot continue to walk in the flesh. ਉੱਥੇ ਅੰਦਰ ਲਿਖਿਆ ਹੈਗਾ ਕਿ ਅਸੀਂ ਜਿਹੜਾ ਹੈਗਾ ਸਰੀਰਕ ਵਾਸਨਾਵਾਂ ਦੇ ਅੰਦਰ ਨਹੀਂ ਚੱਲਦੇ ਰਹਿ ਸਕਦੇ। In Romans 5:18 he says, ਰੋਮੀਓ 5:18 ਚ ਲਿਖਿਆ ਹੈ, Therefore, as by the offense of one judgment came upon all men to condemnation, even so by the righteousness of one the free gift came upon all men unto justification of life. इसलिए जैसा एक अपराध सब मनुष्यों के लिए दंड की आज्ञा का कारण हुआ, वैसे ही एक धर्म का काम भी सब मनुष्यों के लिए जीवन के निर्मित धर्मी ठहराए जाने का कारण हुआ। Righteousness is a free gift. धार्मिकता ਜਿਹੜੀ ਹੈਗੀ ਹੈ ਇੱਕ ਮੁਫਤ ਤੋਹਫਾ ਹੈ। Christians are the display of God's righteousness. ਮਸੀਹੀ ਲੋਕ ਜਿਹੜੇ ਹੈਗੇ ਇੱਕ ਪ੍ਰਦਰਸ਼ਨ ਹੈਗਾ ਪਰਮੇਸ਼ਵਰ ਦੀ ਧਾਰਮਿਕਤਾ ਦਾ। You see, if we take just this verse by itself, we will lose the gravity of this verse. ਜੇ ਅਸੀਂ ਧਿਆਨ ਨਾਲ ਨਾ ਵਿਚਾਰੀਏ ਤੇ ਅਸੀਂ ਜਿਹੜਾ ਹੈਗਾ ਇਹਦਾ ਗੂੜ ਰਹੱਸ ਨਹੀਂ ਸਮਝ ਪਾਵਾਂਗੇ। We have to balance it in scripture. ਸਾਨੂੰ ਵਚਨ ਦੇ ਨਾਲ ਜਿਹੜਾ ਮੋਲ ਬਿਠਾਣਾ ਹੈਗਾ। Yes, righteousness is a free gift. ਹਾਂ, ਇਹ ਹੈਗਾ ਕਿ ਮੁਫਤ ਤੋਹਫਾ ਹੈਗਾ ਧਾਰਮਿਕਤਾ। But what does the free gift mean? ਲੇਕਿਨ ਮੁਫਤ ਤੋਹਫੇ ਦਾ ਕੀ ਅਰਥ ਹੈ? Romans 8:4 the Bible says, ਰੋਮੀਓ 8:4 ਚ ਲਿਖਿਆ ਹੈ, that the righteousness of the law might be fulfilled in us who walk not after the flesh but after the spirit. इसलिए कि व्यवस्था की विधि हम में जो शरीर के अनुसार नहीं वरन आत्मा के अनुसार चलते हैं पूरी की जाए। A general practice I would encourage is to wake up in the morning and speak to the Lord Holy Spirit and say, Lord, how do you want me to walk today? ਰੋਜ਼ਮਰਰਾ ਦਾ ਜੀਵਨ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਦੇ ਨਾਲ ਜਿਹੜਾ ਹੈਗਾ ਤੁਸੀਂ ਪ੍ਰਾਰਥਨਾ ਦੇ ਅੰਦਰ ਉਹਨਾਂ ਨੂੰ ਪੁੱਛੋ ਕਿ ਅੱਜ ਕੀ ਮੈਨੂੰ ਚਾਹੁੰਦੇ ਹੋ ਕਿ ਮੈਂ ਕੀ ਕਰਾਂ। The righteousness of God cannot be fulfilled if the Christian does not walk after the Spirit. ਪਰਮੇਸ਼ਵਰ ਦੀ ਧਾਰਮਿਕਤਾ ਪੂਰੀ ਤਦ ਨਹੀਂ ਹੁੰਦੀ ਜਦ ਤੱਕ ਮਸੀਹੀ ਉਹਨਾਂ ਦੇ ਅਨੁਸਾਰ ਨਹੀਂ ਚੱਲਦਾ। The general acceptance today is that people believe that they are the righteousness of God and continue to live in the flesh.
ਅੱਜ ਕੱਲ੍ਹ ਲੋਕ ਇਸ ਤਰ੍ਹਾਂ ਵਿਚਾਰ ਕਰਦੇ ਹੈਗੇ ਕਿ ਹਾਂ ਵੀ ਮੈਂ ਪਰਮੇਸ਼ਵਰ ਦੀ ਧਾਰਮਿਕਤਾ ਹੈਗਾ ਔਰ ਮੈਂ ਆਪਣਾ ਜੀਵਨ ਜਿਸ ਤਰ੍ਹਾਂ ਮਰਜ਼ੀ ਬਤੀਤ We ਕਰਦਾ ਹਾਂ, remain carnal Christians ਅਸੀਂ ਤਾਂ ਸਰੀਰਕ ਮਸੀਹ ਰਹਿ ਜਾਾਂਗੇ, and we won't fulfill the things of God. ਅਸੀਂ ਜਿਹੜਾ ਹੈਗਾ ਪਰਮੇਸ਼ਵਰ ਦੀਆਂ ਚੀਜ਼ਾਂ ਨੂੰ ਅਸੀਂ ਪੂਰਨ ਨਹੀਂ ਕਰਾਂਗੇ। Because Romans 8:8 the Bible says, ਕਿਉਂਕਿ ਰੋਮੀਓ 8:8 ਚ ਲਿਖਿਆ, they that are in the flesh cannot please God. और जो शारीरिक दशा में है वे परमेश्वर को प्रसन्न नहीं कर सकते। Your success in this world is not going to impress God. ਤੁਹਾਡੀ ਸਫਲਤਾ ਇਸ ਦੁਨੀਆ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰੇਗੀ। Your promotion in this world is not going to impress God. ਤੁਹਾਡੀ ਪ੍ਰਮੋਸ਼ਨ ਇਸ ਦੁਨੀਆ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰੇਗੀ। You are getting a PhD in this world is not going to impress God. ਜੇ ਤੁਸੀਂ PhD ਲੈਂਦੇ ਹੈਗੇ ਤਾਂ ਉਹਦੇ ਨਾਲ ਪ੍ਰਸੰਨ ਨਹੀਂ ਹੋਣਗੇ ਪਰਮੇਸ਼ਵਰ। It's only going to impress your parents ਇਹ ਸਿਰਫ ਤੁਹਾਡੇ ਮਾਤਾ ਪਿਤਾ ਨੂੰ ਖੁਸ਼ ਹੋਣਗੇ or your friends. ਜਾਂ ਦੋਸਤ। God is not going to be impressed with that. ਪਰਮੇਸ਼ਵਰ ਜਿਹੜਾ ਹੈਗਾ ਪ੍ਰਸੰਨ ਨਹੀਂ ਹੁੰਦੇ। God is going to be impressed how you do not walk in the flesh but walk after the Spirit. ਪਰਮੇਸ਼ਵਰ ਇਸ ਤਰ੍ਹਾਂ ਪ੍ਰਸੰਨ ਹੋਣਗੇ ਕਿ ਤੁਸੀਂ ਸਰੀਰਕ ਵਾਸਨਾਵਾਂ ਦੇ ਪਿੱਛੇ ਜਿਸ ਤਰ੍ਹਾਂ ਨਹੀਂ ਚੱਲਦੇ ਔਰ ਰੂਹ ਦੇ ਪਿੱਛੇ ਚੱਲਦੇ ਹੋ। This is the first characteristic of a spiritual person. ਇੱਕ ਰੂਹਾਨੀ ਇਨਸਾਨ ਦਾ ਪਹਿਲਾ ਕਰੈਕਟਰਿਸਟਿਕ ਹੈਗਾ। The second thing is related to that is he is led by the Spirit. ਦੂਜੀ ਚੀਜ਼ ਉਹਦੇ ਨਾਲ ਜਿਹੜੀ ਹੈਗੀ ਹੈ ਉਹ ਆਤਮਾ ਦੇ ਪਿੱਛੇ ਚੱਲਦਾ ਹੈ। The small voice of God's word rules his or her life. ਪਰਮੇਸ਼ਵਰ ਦੀ ਜਿਹੜੀ ਹਲਕੀ ਆਵਾਜ਼ ਜਿਹੜੀ ਹੈਗੀ ਹੈ ਉਹ ਰੂਲ ਕਰਦੀ ਹੈ ਉਹਦੇ ਜੀਵਨ ਨੂੰ। I want to give you a caution. ਮੈਂ ਜਿਹੜਾ ਹੈਗਾ ਚੇਤਾਵਨੀ ਦੇਣਾ ਚਾਹੁੰਦਾ, The Holy Spirit will only lead you if you allow him to. ਪਵਿੱਤਰ ਆਤਮਾ ਤੁਹਾਨੂੰ ਜਿਹੜਾ ਹੈਗਾ ਅੱਗੇ ਅੱਗੇ ਤਾਂ ਚੱਲਣਗੇ ਜੇ ਤੁਸੀਂ ਉਹਨਾਂ ਨੂੰ ਅਲਾਉ ਕਰਦੇ ਹੋ। Very easy to resist him. ਬੜਾ ਆਸਾਨ ਹੈਗਾ ਕਿ ਤੁਸੀਂ ਉਹਨਾਂ ਨੂੰ ਰੈਜ਼ਿਸਟ ਕਰੋ। Very easy to stop him. ਉਹਨੂੰ ਰੋਕਣਾ ਬੜਾ ਆਸਾਨ ਹੈ। He is a gentleman, gentle person. He won't impose himself on you. ਉਹ ਜਿਹੜਾ ਹੈਗਾ ਬੜੀ ਦੇਨ ਹੈਗੇ ਔਰ ਤੁਹਾਨੂੰ ਆਪਣੇ ਆਪ ਨੂੰ ਤੁਹਾਡੇ ਉੱਤੇ ਨਹੀਂ ਜਤਾਣਗੇ। But if you allow him, he can dominate you. ਲੇਕਿਨ ਜੇ ਤੁਸੀਂ ਉਹਨਾਂ ਨੂੰ ਅਲਾਉ ਕਰੋਗੇ ਤਾਂ ਤੁਹਾਡੇ ਉੱਪਰ ਪੂਰਾ ਆ ਸਕਦੇ ਹੈਗੇ। Galatians 5:16 the Bible says, ਗਲਾਤੀਓ 5:16 ਚ ਲਿਖਿਆ, This I say then, walk in the Spirit and ye shall not fulfill the lusts of the flesh. परंतु मैं कहता हूँ आत्मा के अनुसार चलो तो तुम शरीर की लालसा किसी रीति से ना पूरी करोगे। As I explained to you, a born again Christian will remain a carnal Christian if he walk according to the flesh. ਜੇ ਮੈਂ ਤੁਹਾਨੂੰ ਦੱਸਿਆ ਕਿ ਇੱਕ ਨਵਾਂ ਜਨਮ ਲਿੱਤਾ ਹੈ ਮਸੀਹ ਜਿਹੜਾ ਹੈਗਾ ਸਰੀਰਕ ਮਸੀਹ ਰਹੇਗਾ ਜੇ ਸਰੀਰ ਦੇ ਪਿੱਛੇ ਚੱਲੇ। Many people tell me, ਕਈ ਲੋਕ ਮੈਨੂੰ ਕਹਿੰਦੇ, oh, we don't know how to hear from God. ਸਾਨੂੰ ਨਹੀਂ ਪਤਾ ਕਿ ਪਰਮੇਸ਼ਰ ਨੂੰ ਕਿਸ ਤਰ੍ਹਾਂ ਸੁਣੀਏ। Whose fault is that? ਕਿਹਦੀ ਗਲਤੀ ਹੈਗੀ ਹੈ? Many people will say it's pastor's fault. ਕਈ ਕਹਿੰਦੇ ਕਿ ਪਾਦਰੀ ਦੀ ਗਲਤੀ ਹੈ, You didn't teach us. ਉਹਨੇ ਸਿਖਾਇਆ ਨਹੀਂ। Fine, I accept the blame. ਮੈਂ ਐਕਸੈਪਟ ਕਰਨਾ ਬਲੇਮ ਨੂੰ। So I want to tell you today. ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। So I want to ask you a question today rather. ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ। What did you do about it? ਤੁਸੀਂ ਕੀ ਕੀਤਾ ਉਹਦੇ ਬਾਰੇ? Did you come and pester me? ਤੁਸੀਂ ਆ ਕੇ ਮੈਨੂੰ ਝਕਝੋਰਿਆ? Did you come and try, pursue after me and said, Pastor, teach me, I want to learn. If I don't do it today, I will die. Have you shown this desperation? Nobody showed this. ਤੁਸੀਂ ਪਾਦਰੀ ਨੂੰ ਆ ਕੇ ਕਿਆ ਪਿੱਛੇ ਪੈ ਕੇ ਕਿ ਹਾਂ ਵੀ ਮੈਨੂੰ ਸਿਖਾਓ, ਜੇ ਨਹੀਂ ਸਿਖਾਓਗੇ ਤਦ ਤੱਕ ਮੈਂ ਨਹੀਂ ਛੱਡਾਂਗਾ। You don't need to even do that. ਤੁਹਾਨੂੰ ਕਰਨ ਦੀ ਵੀ ਲੋੜ ਨਹੀਂ। If you pester God, he will show you. ਜੇ ਤੁਸੀਂ ਪਰਮੇਸ਼ਰ ਦੇ ਪਿੱਛੇ ਚੜੋਗੇ ਤਾਂ ਉਹ ਦਿਖਾਣਗੇ। He wants to lead you. ਉਹ ਚਾਹੁੰਦੇ ਹੈਗੇ ਕਿ ਤੁਹਾਡੇ ਅੱਗੇ ਚੱਲਣ। Because that is the way of growth. ਇਹੀ ਜਿਹੜਾ ਹੈਗਾ ਬੜਾਵ ਦੀ ਇੱਛਾ। As Christians, we have neglected this part of our life. ਇਹ ਮਸੀਹ ਹੋਣ ਦੇ ਨਾਤੇ ਅਸੀਂ ਜੇ ਇਸ ਚੀਜ਼ ਨੂੰ ਜਿਹੜਾ ਹੈਗਾ ਅਸੀਂ ਧਿਆਨ ਨਹੀਂ ਦਿੱਤਾ। We are not unhappy with our compromises with the world. ਅਸੀਂ ਜੋ ਸਮਝੌਤੇ ਕੀਤੇ ਹੋਏ ਦੁਨੀਆ ਦੇ ਨਾਲ ਅਸੀਂ ਉਹਨਾਂ 'ਚ ਹੀ ਖੁਸ਼ ਹੈਗੇ ਹਾਂ। We always have an excuse. ਸਾਨੂੰ ਹਮੇਸ਼ਾ ਕੋਈ ਨਾ ਕੋਈ ਬਹਾਨਾ ਮਿਲ ਜਾਂਦਾ ਹੈ। But the spiritual man is unhappy with his state of his spiritual life. ਲੇਕਿਨ ਰੂਹਾਨੀ ਆਦਮੀ ਜਿਹੜਾ ਹੈਗਾ ਉਹ ਕਿਸ ਥਾਂ ਦੇ ਉੱਤੇ ਹੈਗਾ ਉਹਦੇ ਨਾਲ ਉਹ ਖੁਸ਼ ਨਹੀਂ ਹੈਗਾ। He desires the fellowship of the Lord Holy Spirit. ਉਹਦੀ ਤੀਵਰੀ ਇੱਛਾ ਇਹ ਹੈਗੀ ਹੈ ਕਿ ਪਰਮੇਸ਼ਵਰ ਦੇ ਨਾਲ ਸਹਿਭਾਗਿਤਾ ਹੋਵੇ ਉਹਦੀ। Listening daily to the Lord Holy Spirit. ਹਰ ਰੋਜ਼ ਜਿਹੜਾ ਹੈਗਾ ਪਵਿੱਤਰ ਆਤਮਾ ਨੂੰ ਸੁਣੇ। Not occasionally when somebody is sick or when a decision has to be made, we go to the Lord Holy Spirit. It has to be everyday life. ਇਹ ਨਹੀਂ ਕਿ ਕੋਈ ਬਿਮਾਰ ਹੈਗਾ ਜਾਂ ਕੋਈ ਹੋਰ ਸਮੱਸਿਆ ਆਈ ਹੋਏਗੀ ਹੈ ਤਾਂ ਉਸ ਵੇਲੇ ਇਹ ਰੋਜ਼ਮਰਰਾ ਜਿਹੜਾ ਹੈਗਾ ਜਾਣਾ ਚਾਹੀਦਾ। He has to be led by the Spirit. ਉਹ ਹੈਗਾ ਪਵਿੱਤਰ ਆਤਮਾ ਦੀ ਅਗਵਾਈ 'ਚ ਚੱਲਣਾ। The third characteristic of a spiritual man is that he learns from the Lord Holy Spirit. ਤੀਜੀ ਚੀਜ਼ ਜਿਹੜੀ ਹੈਗੀ ਹੈ ਇੱਕ ਰੂਹਾਨੀ ਇਨਸਾਨ ਦੀ ਇਹ ਹੈਗੀ ਹੈ ਕਿ ਉਹ ਸਿੱਖਿਆ ਲੈਂਦਾ ਹੈਗਾ ਪਵਿੱਤਰ ਆਤਮਾ ਤੋਂ। The spiritual man is able to receive the truth from God's word.
ਰੂਹਾਨੀ ਇਨਸਾਨ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਤੋਂ ਸੱਚਾਈ ਜਿਹੜਾ ਹੈ ਗ੍ਰਹਿਣ ਕਰਦਾ ਹੈ। The word of God is no longer boring. ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਬੋਰਿੰਗ ਨਹੀਂ ਹੁੰਦਾ। He is not, reading the word for the sake of it. ਇਹ ਸਿਰਫ ਪੜਨ ਵਾਸਤੇ ਜਿਹੜਾ ਹੈਗਾ ਨਹੀਂ ਪੜਦਾ ਪਿਆ। He is able to grasp the spiritual truth in God's word. ਔਰ ਜੋ ਰੂਹਾਨੀ ਸੱਚ ਹੈਗਾ ਪਰਮੇਸ਼ਵਰ ਦੇ ਵਚਨ ਦੇ ਅੰਦਰ ਉਹਨੂੰ ਗ੍ਰਹਿਣ ਕਰ ਲੈਂਦਾ। God's truths are not foolishness to him. ਜਿਹੜੇ ਪਰਮੇਸ਼ਵਰ ਦੇ ਸੱਚ ਹੈਗੇ ਉਹ ਮੂਰਖਤਾ ਨਹੀਂ ਹੈਗੇ ਉਹਦੇ ਵਾਸਤੇ। They are like his necessary food, everyday food. ਉਹ ਜਿਸ ਤਰ੍ਹਾਂ ਰੋਜ਼ਮਰਰਾ ਦਾ ਪੋਸ਼ਣ ਆਹਾਰ ਹੈਗਾ ਉਹਦੇ ਵਾਸਤੇ। Job 23:12, Job says an interesting thing. ਯਾਕੂਬ 23:12 ਦੇ ਅੰਦਰ ਗੱਲ ਕਹੀ ਹੈ। Neither have I gone back from the commandment of his lips. I have esteemed the words of his mouth more than my necessary food. उसकी आज्ञा का पालन करने से मैं ना हटा और मैंने उसके वचन पर अपनी इच्छा से कहीं अधिक काम के जान पर सुरक्षित रखे। A spiritual man, a spiritual Christian will do just this. एक रूहानी इंसान जड़ा हैगा मसीही बिल्कुल यही करेगा। Job 23:12. You have to desire God's word above everything. ਤੁਹਾਨੂੰ ਜਿਹੜਾ ਹੈਗਾ ਤੀਵਰ ਇੱਛਾ ਰੱਖਣੀ ਹੈਗੀ ਪਰਮੇਸ਼ਰ ਦੇ ਵਚਨ ਵਾਸਤੇ ਸਭ ਤੋਂ ਉੱਪਰ। Daily you have to eat the portion. ਤੁਹਾਨੂੰ ਜਿਹੜਾ ਹੈਗਾ ਹਰ ਰੋਜ਼ ਜਿਹੜਾ ਹੈਗਾ ਉਹ ਪੌਸ਼ਟਿਕ ਆਹਾਰ ਖਾਣਾ ਹੈ। The Lord's Prayer has a portion there, give us this day our daily bread. ਤੁਹਾਨੂੰ ਪਤਾ ਹੈਗਾ ਕਿ ਲਾਰਡਸ ਪ੍ਰੇਅਰ ਦੇ ਅੰਦਰ ਜਿਹੜਾ ਹੈਗਾ ਕਿਹਾ ਗਿਆ ਹੈਗਾ ਕਿ ਸਾਨੂੰ ਅੱਜ ਰੋਜ਼ ਮਰਰਾ ਦੀ ਰੋਟੀ ਦਿਓ। It's a two-edged sword. ਇਹ ਦੋ-ਧਾਰੀ ਤਲਵਾਰ ਹੈ। Daily God will give you that portion of the word for you, which is necessary for you for that day. ਪਰਮੇਸ਼ਵਰ ਜਿਹੜਾ ਹੈਗਾ ਤੁਹਾਨੂੰ ਉਸ ਦਿਨ ਦਾ ਜਿਹੜਾ ਹੈਗਾ ਪੌਸ਼ਟਿਕ ਭੋਜਨ ਆਪਣੇ ਵਚਨ ਤੋਂ ਦੇਣਗੇ ਜੋ ਤੁਹਾਨੂੰ ਜਿਸ ਦੀ ਲੋੜ ਤੁਹਾਨੂੰ ਉਸ ਦਿਨ ਹੈ। You must be led by the word of God. ਤੁਹਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਹੈਗਾ। Number 4. ਚੌਥੀ ਚੀਜ਼, the characteristic of a spiritual man, he is free in the spirit. ਅਗਲੀ ਚੀਜ਼ ਜਿਹੜੀ ਹੈਗੀ ਹੈ ਕਿ ਉਹ ਆਤਮਾ ਦੇ ਅੰਦਰ ਜਿਹੜਾ ਹੈਗਾ ਸੁਤੰਤਰ ਹੈਗਾ। He is getting freed as he grows from the bondage of flesh. ਜਿਸ ਤਰ੍ਹਾਂ ਉਹ ਵੱਧਦਾ ਜਾ ਰਿਹਾ ਹੈਗਾ ਪਰਮੇਸ਼ਵਰ ਦੇ ਵਚਨ ਦੇ ਅੰਦਰ ਉਸ ਤਰ੍ਹਾਂ ਜਿਹੜਾ ਹੈਗਾ ਸਰੀਰਕ ਵਾਸਨਾਵਾਂ ਦੇ ਬੋਝ ਤੋਂ ਹਟਦਾ ਜਾ ਰਿਹਾ ਹੈ। You are being made free from the things that dominated you before you came to Christ. ਜੋ ਗੜ ਤੁਹਾਡੇ ਮਨ ਦੇ ਅੰਦਰ ਹੈਗੇ ਸੀ ਉਹਨਾਂ ਚੋਂ ਤੁਹਾਨੂੰ ਸੁਤੰਤਰਤਾ ਮਿਲਦੀ ਪਈ ਹੈਗੀ ਹੈ। Romans 8:2 the Bible says, ਰੋਮੀਓ 8:2 ਦੇ ਅੰਦਰ ਲਿਖਿਆ ਹੈ, for the law of the spirit of life in Christ Jesus has made me free from the law of sin and death. ਕਿ ਉਹ ਨਿਯਮ ਜਿਹੜੇ ਹੈਗੇ ਜੋ ਆਤਮਾ ਦੇ ਜੀਵਨ ਦੇ ਹੈਗੇ ਪ੍ਰਭੂ ਯਿਸੂ ਦੇ ਅੰਦਰ ਜਿਹੜਾ ਹੈਗਾ ਉਹ ਮੈਨੂੰ ਜਿਹੜਾ ਹੈਗਾ ਮੌਤ ਤੋਂ ਬਚਾਉਂਦੇ ਪਏ ਹੈਗੇ। Everything is inspired or covered or what you say followed according to the word of God. ਹਰ ਚੀਜ਼ ਜਿਹੜੀ ਹੈਗੀ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਔਰ ਉਹਨਾਂ ਦੇ ਅਧੀਨ ਚੱਲਦੀ ਹੈ। You have developed a holy fear or reverence to the word of God. ਇੱਕ ਪਵਿੱਤਰ ਭੈ ਜਿਹੜਾ ਹੈਗਾ ਤੁਹਾਡੇ ਮਨ ਦੇ ਅੰਦਰ ਹੈਗਾ ਪਰਮੇਸ਼ਵਰ ਦੇ ਵਚਨ ਦਾ। That, my dear brothers and sisters, is the beginning of wisdom. ਇਹ ਜਿਹੜੀ ਹੈਗੀ ਹੈ ਸ਼ੁਰੂਆਤ ਹੈਗੀ ਹੈ ਸਮਝ ਬੂਝ ਦੀ। You see, people will not be impressed by you. ਲੋਕੀ ਜਿਹੜਾ ਹੋ ਸਕਦਾ ਪ੍ਰਸੰਨ ਨਾ ਹੋਣ। People will think you are a religious nut. ਤੁਸੀਂ ਤੁਹਾਨੂੰ ਸੋਚਦੇ ਕਿ ਵੀ ਤੁਸੀਂ ਧਾਰਮਿਕ ਲੋਕ ਹੈਗੇ ਚੱਲੇ ਹੋ। They will say you are crazy. ਉਹ ਕ੍ਰੇਜ਼ੀ ਵੀ ਕਹਿਣਗੇ। We appreciate other crazies, but you don't want to be a crazy in the sight of the world. ਅਸੀਂ ਜਿਹੜਾ ਹੈਗਾ ਬਾਕੀ ਕ੍ਰੇਜ਼ੀ ਲੋਕ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਉਹਨਾਂ ਕੋਲੋਂ ਪ੍ਰਸੰਨ ਹੁੰਦੇ ਹਾਂ ਲੇਕਿਨ ਅਸੀਂ ਜਿਹੜਾ ਹੈਗਾ ਧਾਰਮਿਕ ਰੂਪ ਨਾਲ ਨਹੀਂ ਚਾਹੁੰਦੇ ਕਿ ਕੋਈ ਸਾਨੂੰ ਕ੍ਰੇਜ਼ੀ ਕਰੇ। Everybody is impressed by Elon Musk. ਹਰ ਕੋਈ ਜਿਹੜਾ ਹੈਗਾ ਐਲਨ ਮਸਕ ਤੋਂ ਜਿਹੜਾ ਹੈਗਾ ਪ੍ਰਭਾਵਿਤ ਹੈ। But many things he did is crazy. ਲੇਕਿਨ ਬੜੀਆਂ ਚੀਜ਼ਾਂ ਉਹਨੇ ਜਿਹੜੀ ਕੀਤੀਆਂ ਮੂਰਖਤਾ ਹੈਗੀਆਂ। But a Christian does not want to be called crazy in the world. He wants to be friendly and accepted by everybody. ਲੇਕਿਨ ਮਸੀਹ ਜਿਹੜਾ ਹੈਗਾ ਉਹ ਨਹੀਂ ਚਾਹੁੰਦਾ ਕਿ ਉਹਨੂੰ ਜਿਹੜਾ ਹੈਗਾ ਮੂਰਖ ਕੋਈ ਕਹੇ ਦੁਨੀਆ ਦੇ ਅੰਦਰ ਸਾਰੇ ਲੋਕ ਜੋ ਉਹਨੂੰ ਗ੍ਰਹਿਣ ਕਰਨ। God did not call you for a popularity contest. ਪਰਮੇਸ਼ਵਰ ਨੇ ਇਹ ਨਹੀਂ ਕਿਹਾ ਗਿਆ ਕਿ ਵੀ ਹਾਂ ਤੁਸੀਂ ਬੜੇ ਮਸ਼ਹੂਰ ਹੋਵੋ। So number 5. ਪੰਜਵੀਂ ਚੀਜ਼, the spiritual man is taught by the Spirit of God. ਰੂਹਾਨੀ ਇਨਸਾਨ ਜਿਹੜਾ ਹੈਗਾ ਉਹ ਪਵਿੱਤਰ ਆਤਮਾ ਜਿਹੜਾ ਉਹਨਾਂ ਨੂੰ ਸਿਖਾਉਂਦਾ ਹੈਗਾ। When God controls your mind and actions and thoughts. ਜਦੋਂ ਪਰਮੇਸ਼ਵਰ ਜਿਹੜਾ ਹੈਗਾ ਤੁਹਾਡੀ ਸੋਚਾਂ ਵਿਚਾਰਾਂ ਔਰ ਤੁਹਾਡੇ ਐਕਸ਼ਨਸ ਨੂੰ ਜਿਹੜਾ ਹੈਗਾ ਕੰਟਰੋਲ ਕਰਦੇ। You submit everything to God. ਹਰ ਚੀਜ਼ ਜਿਹੜਾ ਹੈਗਾ ਅਧੀਨਤਾ ਚ ਲਿਆਉਂਦੇ ਹੋ ਪਰਮੇਸ਼ਵਰ ਦੀ। All to Jesus I surrender, we sing the song. ਅਸੀਂ ਗਾਣਾ ਗਾਉਂਦੇ ਹਾਂ ਕਿ ਹਰ ਚੀਜ਼ ਅਸੀਂ ਅਧੀਨ ਕਰਨੇ ਆ But ਪਰਮੇਸ਼ਵਰ many ਨੂੰ। things are not surrendered. ਲੇਕਿਨ ਬੜੀਆਂ ਚੀਜ਼ਾਂ ਜਿਹੜੀਆਂ ਅਧੀਨ ਨਹੀਂ ਹੁੰਦੀਆਂ।
But when we surrender and resist the devil, he will run from you. You don't have to even tell him to get out. He will be scared of you. ਜਦੋਂ ਤੁਸੀਂ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਦਾ ਅਧੀਨ ਕਰਦੇ ਹੈਗੇ ਹੋ ਪਰਮੇਸ਼ਵਰ ਦੀ ਔਰ ਤੁਸੀਂ ਰੈਜ਼ਿਸਟ ਕਰਦੇ ਹੈਗੇ ਹੋ ਸ਼ੈਤਾਨ ਨੂੰ ਤੇ ਤੁਹਾਡੇ ਕੋਲੋਂ ਡਰੇਗਾ ਉਹ। You see, because the Lord Holy Spirit is residing in us, we start to understand the truths about the Word of God. ਕਿਉਂਕਿ ਪਵਿੱਤਰ ਆਤਮਾ ਸਾਡੇ ਅੰਦਰ ਵਾਸ ਕਰਦੇ ਹੈਗੇ ਤਾਂ ਹੀ ਜਿਹੜਾ ਸਾਨੂੰ ਉਹਨਾਂ ਦਾ ਵਚਨ ਸਮਝ ਆਉਣਾ ਸ਼ੁਰੂ ਹੁੰਦਾ ਹੈ। 1 Corinthians 2:13, the Bible says, ਪਹਿਲੇ ਕੋਰਿੰਥੀਏ 2:13 ਚ ਲਿਖਿਆ ਹੈ, which things also we speak, not in the words which man's wisdom teacheth, but which the Holy Ghost teacheth, comparing spiritual things with spiritual. जिनको हम मनुष्यों के ज्ञान की सिखाई हुई बातों में नहीं परंतु आत्मा की सिखाई हुई बातों में आत्मिक बातों से मिला कर सुनते हैं। I want every one of you to reach this point. मैं चाहना कि हर तुसी ਜਿਹੜਾ ਹੈਗਾ ਇਸ ਥਾਂ ਤੇ ਪਹੁੰਚੋ। This is not for some people in the church, in the body of Christ. ਇਹ ਨਹੀਂ ਹੈਗਾ ਕਿ ਕਲੀਸਿਆ ਦੇ ਅੰਦਰ ਕੁਝ ਲੋਕਾਂ ਵਾਸਤੇ ਹੈ। Some people are very spiritual. ਕਈ ਬੜੇ ਰੂਹਾਨੀ ਹੈਗੇ। It is intended for all believers. ਇਹ ਹੈਗਾ ਹਰ ਵਿਸ਼ਵਾਸੀ ਵਾਸਤੇ। The Holy Spirit is given to us with that particular goal in mind. ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ ਹੈਗਾ ਇਹ ਚੀਜ਼ ਸੋਚ ਕੇ to make us spiritually minded. ਤਾਂ ਕਿ ਸਾਡਾ ਜਿਹੜੇ ਹੈਗੇ ਸੋਚਾਂ ਜਿਹੜੀਆਂ ਹੈਗੀਆਂ ਰੂਹਾਨੀ ਹੋਣ। To put on the mind of Christ. ਕਿ ਅਸੀਂ ਪ੍ਰਭੂ ਯਿਸੂ ਦਾ ਮਸਤਿਸ਼ਕ ਜਿਹੜਾ ਹੈਗਾ ਅਸੀਂ ਪਾਈਏ ਆਪਣੇ ਦਿਮਾਗ 'ਚ। Conclusion. ਅੰਤ 'ਚ The natural man is first immoral. ਸਰੀਰਕ ਇਨਸਾਨ ਜਿਹੜਾ ਹੈਗਾ ਅਨੈਤਿਕ ਹੈ। Sinner by nature. ਸੁਭਾਵ ਦੇ ਨਾਲ ਪਾਪੀ। Blinded. ਅੰਨਾ। Spiritually dead. ਰੂਹਾਨੀ ਰੂਪ ਨਾਲ ਮਰਿਆ ਹੋਇਆ। Without hope. ਔਰ ਬਿਨਾਂ ਕਿਸੇ ਆਸ਼ਾ ਦੇ। The second type of category of people is the carnal Christian. ਔਰ ਦੂਜੀ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਉਹ ਸ਼ਾਰੀਰਿਕ ਮਸੀਹੀ ਹੈਗੇ। Unable to take anything more than milk. ਦੁੱਧ ਤੋਂ ਇਲਾਵਾ ਜਿਹੜਾ ਹੋਰ ਕੁਝ ਨਹੀਂ ਲੈ ਸਕਦੇ। Is susceptible to envying. ਔਰ ਘ੍ਰਿਣਾ ਕਰ ਸਕਦੇ, ਈਰਸ਼ਾ ਕਰ ਸਕਦੇ। Strife. ਲੜਾਈ। Division. ਔਰ ਬਟਵਾਰਾ। Unable to receive God's word. ਔਰ ਪਰਮੇਸ਼ਰ ਦੇ ਵਚਨ ਨੂੰ ਗ੍ਰਹਿਣ ਨਹੀਂ ਕਰਦੇ। The spiritual Christian walks in the spirit. ਰੂਹਾਨੀ ਮਸੀਹ ਜਿਹੜਾ ਹੈਗਾ ਆਤਮਾ 'ਚ ਚੱਲਦਾ ਹੈ। Not in the flesh. ਹਾੜ ਮਾਸ 'ਚ ਨਹੀਂ। And is led by the Spirit of God. ਔਰ ਪਵਿੱਤਰ ਆਤਮਾ ਦੀ ਅਗਵਾਈ 'ਚ ਚੱਲਦਾ ਹੈ। Taught by the Spirit of God. ਔਰ ਉਹਨਾਂ ਦੀ ਆਤਮਾ ਦੇ ਨਾਲ ਜਿਹੜਾ ਹੈਗਾ ਸਿਖਾਇਆ ਜਾਂਦਾ ਹੈ। The question is this. ਸਵਾਲ ਇਹ ਹੈਗਾ What type of a person are you today? ਤੁਸੀਂ ਅੱਜ ਦੀ ਤਰੀਕ ਦੇ ਅੰਦਰ ਕਿਸ ਤਰ੍ਹਾਂ ਦੇ ਇਨਸਾਨ ਹੋ? Do you know what you need to do? ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕੀ ਕਰਨਾ ਹੈ? If you are still a natural man, you need to repent and be saved. ਜੇ ਤੁਸੀਂ ਸਰੀਰਕ ਇਨਸਾਨ ਹੈਗੇ ਹੋ ਤਾਂ ਤੁਹਾਨੂੰ ਜਿਹੜਾ ਹੈਗਾ ਮਨ ਫਿਰਾ ਕੇ ਪ੍ਰਭੂ ਯਿਸੂ ਨੂੰ ਅਪਣਾਉਣਾ ਹੈ। If you are a carnal Christian, ਜੇ ਤੁਸੀਂ ਸਰੀਰਕ ਮਸੀਹ ਹੋ you need some serious repenting. ਤੁਹਾਨੂੰ ਜਿਹੜਾ ਹੈਗਾ ਮਨ ਫਿਰਾਣਾ ਹੈ ਗੰਭੀਰ ਰੂਪ ਨਾਲ। And little wrestling with God to allow to teach you to listen to the Lord Holy Spirit. ਔਰ ਪਰਮੇਸ਼ਵਰ ਦੇ ਨਾਲ ਜਿਹੜਾ ਹੈਗਾ ਮੁਸ਼ੱਕਤ ਕਰਨੀ ਹੈਗੀ ਕਿ ਤੁਸੀਂ ਜਿਹੜਾ ਹੈਗਾ ਪਵਿੱਤਰ ਆਤਮਾ ਨੂੰ ਸੁਣ ਸਕੋ। If you are living as a spiritual Christian, you need to keep growing and becoming more like Lord Jesus Christ. ਜੇ ਤੁਸੀਂ ਰੂਹਾਨੀ ਮਸੀਹ ਵਾਕਨ ਜਿੰਦੇ ਪਏ ਹੈਗੇ ਹੋ ਤਾਂ ਤੁਹਾਨੂੰ ਹੋਰ ਅੱਗੇ ਵਧਣਾ ਹੈਗਾ ਤਾਂ ਕਿ ਤੁਸੀਂ ਪ੍ਰਭੂ ਯਿਸੂ ਦੇ ਸਰੂਪ ਬਣਦੇ ਜਾਓ। Let's bow our head, close our eyes. It's a time to check your lives. Translate, brother Sanjay. ਇਹ ਸਮੇਂ ਹੈਗਾ ਕਿ ਆਪਣੇ ਜੀਵਨ ਨੂੰ ਤੁਸੀਂ ਜਿਹੜਾ ਹੈਗਾ ਵਿਚਾਰੋ। Check it. ਦੇਖੋ। It is very important for you to answer this question honestly. ਇਹ ਬਹੁਤ ਜ਼ਰੂਰੀ ਹੈਗਾ ਕਿ ਇਸ ਸਵਾਲ ਦਾ ਉੱਤਰ ਜਿਹੜਾ ਹੈਗਾ ਤੁਸੀਂ ਸੱਚ ਰੂਪ ਨਾਲ ਦਿਓ। Are you a carnal Christian? Are you a natural man? Or are you a spiritual Christian? ਜੇ ਤੁਸੀਂ ਕਿ ਵੀ ਤੁਸੀਂ ਸਰੀਰਕ ਇਨਸਾਨ ਹੈਗੇ ਹੋ, ਸਰੀਰਕ ਮਸੀਹ ਹੈਗੇ ਹੋ ਜਾਂ ਰੂਹਾਨੀ ਮਸੀਹ ਹੈਗੇ ਹੋ। You have to allow the Lord Holy Spirit to transform your lives. ਤੁਹਾਨੂੰ ਜਿਹੜਾ ਹੈਗਾ ਆਮੰਤਰਿਤ ਕਰਨਾ ਹੈਗਾ ਪਵਿੱਤਰ ਆਤਮਾ ਨਾਲ ਕਿ ਤੁਹਾਡੇ ਜੀਵਨ ਨੂੰ ਪਰਿਵਰਤਨ ਕਰਨ। He is a great God. ਉਹ ਬਹੁਤ ਵੱਡੇ ਪਰਮੇਸ਼ਰ ਹੈਗੇ। He has the power of God. ਉਹਨਾਂ ਦੀ ਸਾਮਰਥ ਹੈਗੀ ਹੈ ਪਰਮੇਸ਼ਰ ਦੀ। He can transform your life. ਤੁਹਾਡੇ ਜੀਵਨ ਨੂੰ ਪਰਿਵਰਤਿਤ ਕਰ ਸਕਦੇ। But only if you allow Him. ਜੇ ਤੁਸੀਂ ਆਮੰਤਰਣ ਦਿਓ ਤੇ। You need to wrestle with God to teach you to listen to the voice of the Holy Spirit. ਤੁਹਾਨੂੰ ਮਸ਼ੱਕਤ ਕਰਨੀ ਹੈਗੀ ਪਰਮੇਸ਼ਰ ਨਾਲ ਤਾਂ ਕਿ ਤੁਸੀਂ ਪਵਿੱਤਰ ਆਤਮਾ ਦੀ ਆਵਾਜ਼ ਸੁਣ ਸਕੋ। Don't remain carnal Christians. ਜਿਹੜਾ ਹੈਗਾ ਸਰੀਰਕ ਮਸੀਹ ਬਣੇ ਨਾ ਰਹੋ। It is a great joy to be a spiritual Christian. ਬਹੁਤ ਹਰਸ਼ਿਤ ਚੀਜ਼ ਹੈਗੀ ਹੈ ਜਦੋਂ ਤੁਸੀਂ ਰੂਹਾਨੀ ਮਸੀਹ ਬਣਦੇ ਹੋ।
Let us pray. Lord Jesus, we thank you and praise you. We want to glorify you. We want to thank you for your word. Lord, your word has so many secrets, so many secret things which you reveal. We thank you, Lord, that you reveal these things to us. We pray, Lord, that everyone here will grow spiritually, will be a spiritual Christian, that they will, Lord, be able to discern the truths of God's word, be able to digest the hard meat of God's word, Father. I pray that you bless them and open their eyes to the beauty of God's word, that their minds will be filled with, they will put on the mind of Christ. I commit them into your hands. You be glorified, Lord. You be exalted. Thank you, Father. I commit them into your hands. You be blessed because of your word. Thank you, Father. In the name of our Lord Jesus we pray. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen. Have a wonderful week. Continue to pray and develop a fellowship with the Lord Holy Spirit.